सतनाम श्री वाहे गुरु जी। दंडोत बंदन अनक बार सर्ब कला समरथ डोलन ते राखो प्रभु नानक दे कर नानक दे कर हथ। पंज प्याले पंज पीर छठम पीर बैठा गुर भारी अर्जन काया पलट के मूरत हर गोबिंद चली पीड़ी सोडियां रूप दिखावन वारो वारी दल पंजन गुर सूरमा वड योदा बहु परि उपकारी आनंद गुण निधान गुरु गरीब नवाज जियो। सारी संगत गज के बोलो सतनाम श्री वाहे गुरु जी। धनी तलवार दे छाती लग सिखा ताई रहे सत्कार दे मेरी पीरी वाले। वैरी ना सहार दे शान वेख गुरु जी दी, शान वेख गुरु जी दी वैरी ना सहार दे। छाती ला के सिखा ताई रहे सत्कार दे।
तख्त उत्ते पापियां नूं तार दे। बैठ के तख्त उत्ते, बैठ के तख्त उत्ते पापियां नूं तार दे। छाती ला के सिखां ताईं रहे सत्कार दे। मुर्दे दिलां दे ताईं टुंब के जगावणे नूं कौन ठाडी वार विच भरे दरबार दे। मेरी पीरी दे सच्चा बादशाह बाबा मालिका उच्ची है शान तेरी। मान बख्श दी न माने नू मान दे के मेरा वालिया निगाह मेहरबान तेरी। जस गाउणा मैं तेरियां रहमतां दा। किरपा होवे जे किरपा निधान तेरी। जग्गी संधू जय लखां ही जतन कर दे ते महिमा जरा ना होवे बयान तेरी। मुर्दे दिलां दे ताईं टुंब के जगावणे नूं गौण ठाडी वार विच भरे दरबार दे। गौण ठाडी वार विच, गौण ठाडी वार विच भरे दरबार दे। छाती ला के सिखां ताईं रहे सत्कार दे। मेरी पीरी वाले गुरु, मेरी पीरी वाले गुरु धनी तलवार दे। छाती ला के सिखां ताईं रहे सत्कार दे। मेरी पीरी वाले हो। तप स्थान सचखंड वासी महापुरुष संत बाबा महेंद्र सिंह जी नैकी कुटिया बघौरा विखे श्रीमान संत बाबा सुरजीत सिंह जी, संत बाबा सतविंदर सिंह जी जिन्हां दी अगवाई विच चल रहे सारे समागम तन चवर छत्र तख्त दे मालक सतगुरु श्री गुरु ग्रंथ साहिब सच्चे पातशाह महाराज जी की छत्र छाया हेठ आप गुरु की हजौरी नैकी कुटिया बघौरा विखे अदब प्यार सत्कार सहित जुड़ बैठे हो। सब तो पहला गुरसिੱਖੀ ਦੇ सिद्धांत अनुसार अपने ढाडी जथे वालों फतेह अर्ज करनी चाहता हाँ। आस करदा हाँ फतेह का योग उत्तर दे के धन्नवादी बनाओगे। चाहे आप गुरु की हजूरी विच बैठे हो या यूट्यूब चैनल
ਗੁਰ ਟੀਵੀ ਤੇ ਲਾਈਵ ਦੇਸ਼ ਵਿਦੇਸ਼ਾਂ ਦੇ ਅੰਦਰ ਜੋ ਭਾਈ ਗੁਰਵਿੰਦਰ ਸਿੰਘ ਜੀ ਲਾਈਵ ਟੈਲੀਕਾਸਟ ਕਰ ਰਹੇ ਨੇ, ਸਿੱਖ ਸੰਗਤਾਂ ਦਰਸ਼ਨ ਕਰਦੀਆਂ ਨੇ, ਹਾਜ਼ਰੀ ਭਰਦੀਆਂ ਨੇ। ਜਿੱਥੋਂ ਤੱਕ ਆਵਾਜ਼ ਪਹੁੰਚਦੀ ਹੈ, ਜਿੱਥੋਂ ਤੱਕ ਕੋਈ ਦਰਸ਼ਨ ਕਰ ਰਿਹਾ, ਹਾਜ਼ਰੀ ਭਰ ਰਿਹਾ ਹੈ, ਗੁਰੂ ਚਰਨਾਂ ਵਿੱਚ ਬੁਲਾਈ ਹੋਈ ਫਤਿਹ ਬੁਲੰਦ ਆਵਾਜ਼ ਵਿੱਚ ਸਾਰੀ ਸੰਗਤ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡਿਆਂ ਭਾਗਾਂ ਵਾਲੇ ਹਾਂ, ਮਹਾਂਪੁਰਖਾਂ ਦੇ ਉਦਮ ਉਪਰਾਲੇ ਦਾ ਸਦਕਾ ਆਪਾਂ ਗੁਰੂ ਕੀ ਹਜ਼ੂਰੀ ਵਿੱਚ ਸੱਜ ਬੈਠੇ ਹਾਂ। ਗੁਰੂ ਕੀ ਪਵਿੱਤਰ ਬਾਣੀ ਸਰਵਣ ਕੀਤੀ ਹੈ। ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਲਖਬੀਰ ਸਿੰਘ ਜੀ, ਜਿਨ੍ਹਾਂ ਇਲਾਹੀ ਬਾਣੀ ਦੇ ਕੀਰਤਨ ਦੇ ਰਾਹੀਂ ਉਪਰੰਤ ਸਨਮਾਨਯੋਗ ਆਦਰਣੀਏ ਭਾਈ ਸਾਹਿਬ ਭਾਈ ਮਨਜਿੰਦਰ ਸਿੰਘ ਜੀ ਹਰ ਰਾਏਪੁਰ ਵਾਲੇ, ਆਪ ਜੀ ਨੇ ਸਮੁੱਚੇ ਜਥੇ ਨੇ ਬਾਅਦਬ ਸਤਕਾਰ ਸਹਿਤ ਗੁਰੂ ਕਾ ਇਤਿਹਾਸ, ਗੁਰੂ ਕੀ ਵਿਚਾਰ ਦੇ ਨਾਲ ਸਾਨੂੰ ਗੁਰੂ ਚਰਨਾਂ ਨਾਲ ਜੋੜਨਾ ਕੀਤਾ ਹੈ। ਉਪਰੰਤ ਕੋਈ ਸਮਾਂ ਸਤਿਗੁਰਾਂ ਦੇ ਦੀਦਾਰਿਆਂ ਵਾਸਤੇ ਢਾਡੀ ਜਥੇ ਨੂੰ ਜਿਨ੍ਹਾਂ ਕੋ ਪ੍ਰਾਪਤ ਹੋਇਆ ਹੈ, ਸੰਗਤ ਦੀ ਸੇਵਾ ਵਿੱਚ ਜਥੇ ਸਹਿਤ ਰਲ ਕੇ ਮੈਂ ਉਸ ਦਾਤੇ ਦੀ ਵਡਿਆਈ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕਰਾਂਗਾ। ਦਾਸ ਤੋਂ ਪਹਿਲਾਂ ਬੜੇ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਹੇ ਸੀ। ਅੱਜ ਭਗਤ ਰਵਿਦਾਸ ਸਾਹਿਬ ਮਹਾਰਾਜ ਜੀ ਦੇ ਤਿੰਨਾਂ ਦਾ ਜੋਤੀ ਜੋਤ ਦਿਨ ਵੀ ਹੈ, ਜਿਸ ਦਾ ਜ਼ਿਕਰ ਭਾਈ ਸਾਹਿਬ ਕਰਕੇ ਗਏ ਨੇ ਬੜੇ ਵਿਸਥਾਰ ਸਤਿਕਾਰ ਸਹਿਤ। ਕੱਲ ਦਾ ਦਿਨ ਗੁਜ਼ਰਿਆ, ਭਗਤ ਕਬੀਰ ਸਾਹਿਬਾਨ ਜਿਨ੍ਹਾਂ ਦਾ ਪਾਵਨ ਪਵਿੱਤਰ ਜਨਮ ਦਿਹਾੜਾ ਆਗਮਨ ਪੁਰਬ ਸਿੱਖ ਸੰਗਤਾਂ ਨੇ ਮਨਾਇਆ, ਜਿਨ੍ਹਾਂ ਦੇ ਬੜੇ ਪਿਆਰੇ ਬੋਲ ਨੇ। ਭਗਤ ਕਬੀਰ ਸਾਹਿਬ ਜੀ ਸਮਝਾਉਂਦੇ ਨੇ ਸਾਡੇ ਵਰਗਿਆਂ ਨੂੰ, ਕਲਯੁਗੀ ਜੀਵਾਂ ਨੂੰ, ਇਹ ਮਨੁੱਖ ਬੰਦਾ ਥਾਂ ਥਾਂ ਤੇ ਜਾਂਦਾ ਹੈ, ਭਰਮਣ ਕਰਨ ਵਾਲੇ ਬੜੇ ਥਾਂ ਨੇ, ਬੜੇ ਤੀਰਥ ਨੇ, ਇਸ਼ਨਾਨ ਕਰਦਾ ਹੈ, ਪੁੰਨ ਦਾਨ ਕਰਦਾ ਹੈ, ਧਰਮ ਕਰਦਾ ਹੈ। ਪਰ ਬਾਬਾ ਕਬੀਰ ਸਾਹਿਬ, ਭਗਤ ਕਬੀਰ ਸਾਹਿਬ ਜੀ ਸਾਨੂੰ ਸਮਝਾਉਣਾ ਕੀ ਚਾਹੁੰਦੇ ਨੇ, ਮੈਂ ਉਹ ਦੋ ਸਤਰਾਂ ਗੁਰੂ ਕੀ ਪਵਿੱਤਰ ਬਾਣੀ ਦੀਆਂ ਤੁਹਾਡੇ ਸਮਕਸ਼ ਕਹਿ ਰਿਹਾ। ਨਾਵਣ ਕੋ ਤੀਰਥ ਘਣੇ ਮਨ ਬੌਰਾ ਰੇ, ਸਾਨੂੰ ਸਮਝਾਉਂਦੇ ਨੇ। ਨਾਵਣ ਕੋ ਤੀਰਥ ਘਣੇ ਮਨ ਬੌਰਾ ਰੇ, ਪੂਜਣ ਕੋ ਬਹੁ ਦੇਵ ਕਹੋ ਕਬੀਰ ਛੂਟਨ ਨਹੀਂ, ਛੂਟਨ ਹਰ ਕੀ ਸੇਵ। ਉਸ ਹਰੀ ਪ੍ਰਭੂ ਪਰਮੇਸ਼ਰ ਪਰਮਾਤਮਾ ਦੇ ਸਿਮਰਨ ਤੋਂ ਬਗੈਰ ਗੱਲ ਨਹੀਂ ਬਣਨੀ, ਬੰਦਗੀ ਤੋਂ ਬਗੈਰ ਬਾਤ ਨਹੀਂ ਬਣੇਗੀ। ਤਿੰਨਾਂ ਦਾ ਕੱਲ ਜਨਮ ਦਿਹਾੜਾ ਸਿੱਖ ਸੰਗਤਾਂ ਨੇ ਮਨਾਇਆ। ਆਪ ਜੀ ਪਹਿਲਾਂ ਵੀ ਸਰਵਣ ਕਰ ਰਹੇ ਸੀ। ਸੱਚਖੰਡ ਵਾਸੀ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਹਰੀ ਸਿੰਘ ਜੀ ਨੈਕੀ ਵਾਲੇ, ਜਿਨ੍ਹਾਂ ਦੀ ਲਾਈ ਹੋਈ ਇਹ ਫੁਲਵਾੜੀ ਦੇ ਬੜੇ ਸੁੰਦਰ ਬਾਗ ਬਗੀਚੇ ਸੰਗਤਾਂ ਨੂੰ ਸੁਗੰਧਿਤ ਵਾਤਾਵਰਣ ਦੇ ਨਾਲ ਗੁਰੂ ਚਰਨਾਂ ਨਾਲ ਜੋੜ ਰਹੇ ਨੇ। ਤਿੰਨਾਂ ਦਾ ਵੀ ਜਨਮ ਦਿਹਾੜਾ ਹੈ। ਗੁਰਮੁਖ ਪਿਆਰੇ, ਉਹਦੇ ਨਾਲ ਨਾਲ ਅੱਜ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਪਵਿੱਤਰ ਪਾਵਨ ਗੁਰਪੁਰਬ ਆਗਮਨ ਪੁਰਬ ਵੀ ਹੈ। ਇਹ ਇਤਿਹਾਸ ਵੀ ਆਪ ਜੀ ਸਤਿਕਾਰ ਸਹਿਤ ਸਰਵਣ ਕਰ ਰਹੇ ਸੀ। ਇਹ ਸਾਰੇ ਪਾਵਨ ਪਵਿੱਤਰ ਦਿਹਾੜੇ ਨੇ। ਔਰ ਅੱਜ ਦੇ ਜੋ ਹਰ ਮਹੀਨੇ ਆਪ ਗੁਰੂ ਚਰਨਾਂ ਵਿੱਚ ਜੁੜਦੇ ਹੋ, ਜੇਠ ਦਾ ਮਹੀਨਾ ਬਤੀਤ ਹੋਇਆ, ਆਸ਼ਾੜ ਦਾ ਮਹੀਨਾ, ਹਾੜ ਦੇ ਮਹੀਨੇ ਦੀ ਅੱਜ ਸੰਗਰਾਂਦ ਹੈ, ਮਹੀਨੇ ਦੀ ਆਰੰਭਤਾ ਹੋਈ ਹੈ। ਅੱਜ ਦੇ ਪਾਵਨ ਬਚਨ ਅੰਦਰ ਗੁਰੂ ਅਰਜਨ ਸਾਹਿਬ ਮਹਾਰਾਜ ਸਮਝਾਉਣਾ ਕਰਦੇ ਨੇ, ਕਹਿੰਦੇ ਨੇ ਆਸ਼ਾੜ ਤਪੰਦਾ ਤਿਸ ਲੱਗਾ, ਹਰ ਨਾ ਹੋ ਨਾ ਜਿਨ੍ਹਾਂ ਪਾਸ, ਜਿਨ੍ਹਾਂ ਦੇ ਪਾਸ ਪ੍ਰਭੂ ਪਰਮੇਸ਼ਰ ਪਰਮਾਤਮਾ ਦੀ ਬੰਦਗੀ ਨਹੀਂ, ਸੇਵਾ ਨਹੀਂ, ਸਿਮਰਨ ਨਹੀਂ, ਸਤਕਾਰ ਨਹੀਂ, ਉਹਨਾਂ ਵਾਸਤੇ ਹਾੜ ਦਾ ਮਹੀਨਾ ਤਪਦਾ ਹੈ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ, ਜਿਹੜੇ ਉਸ ਜਗਤ ਦੇ ਵਾਲੀ ਪ੍ਰਭੂ ਪਰਮੇਸ਼ਰ ਪਰਮਾਤਮਾ ਦਾ ਸਹਾਰਾ ਛੱਡ ਕੇ ਉਹ ਦੁਨੀਆ ਦੇ ਲੋਕਾਂ ਦੀ ਆਸ ਰੱਖਦੇ ਨੇ, ਉਹਨਾਂ ਵਾਸਤੇ ਹਾੜ ਦਾ ਮਹੀਨਾ ਤਪਦਾ ਹੈ। ਪਰ ਗੁਰਮੁਖੋ, ਜਿਹੜੇ ਰੱਬ ਦੇ ਨਾਲ, ਪ੍ਰਭੂ ਪਰਮੇਸ਼ਰ ਪਰਮਾਤਮਾ ਦੇ ਨਾਲ ਜੁੜੇ ਹੁੰਦੇ ਨੇ, ਉਹਨਾਂ ਵਾਸਤੇ ਕਦੇ ਤਪਤ ਨਹੀਂ ਹੁੰਦੀ। ਉਹ ਹਦ ਹਮੇਸ਼ਾ ਸ਼ਾਂਤਮਈ ਦੇ ਸਾਗਰ ਹੁੰਦੇ ਨੇ, ਠੰਡੇ ਹੁੰਦੇ ਨੇ। ਭਾਵੇਂ ਦੁਨੀਆ ਵਿੱਚ ਕਿੰਨੀ ਤਪਸ਼ ਹੋਵੇ, ਥੱਲੇ ਭਾਵੇਂ ਅੱਗ ਦੇ ਭਾਂਬੜ ਬਲਦੇ ਹੁਣ, ਸੀਸ ਤੇ ਸੜਦਾ ਬਲਦਾ ਰੇਤਾ ਪੈਂਦਾ ਹੋਵੇ, ਉਹ ਤਾਂ ਵੀ ਸ਼ਾਂਤ ਹੁੰਦੇ ਨੇ। ਮੈਂ ਇੱਥੋਂ ਕੋ ਇਤਿਹਾਸ ਦੀ ਲੜੀ ਨੂੰ ਤੁਹਾਡੀ ਸੇਵਾ ਵਿੱਚ ਅਗੇਰੇ ਤੋਰਨ ਦਾ ਯਤਨ ਕਰਾਂਗਾ। ਬੜੇ ਸਤਿਕਾਰ ਸੱਜਣ, ਆਪ ਗੁਰੂ ਕੀ ਹਜ਼ੂਰੀ ਵਿੱਚ ਜੁੜ ਬੈਠੇ ਹੋ ਸਿੱਖ ਸੰਗਤ ਦੇ ਰੂਪ ਵਿੱਚ।
ਪਿਆਰ ਸਤਿਕਾਰ ਸਹਿਤ ਆਪਣੇ ਮਨ ਦੀ ਇਕਾਗਰਤਾ ਗੁਰੂ ਚਰਨਾਂ ਨਾਲ ਬਣਾ ਕੇ ਰੱਖੀਏ, ਕਿਉਂਕਿ ਮਹਾਂਪੁਰਖਾਂ ਦੇ ਉਦਮ ਨੇ ਸਾਨੂੰ ਗੁਰੂ ਚਰਨਾਂ ਨਾਲ ਜੋੜਨ ਵਾਸਤੇ ਸਤ ਸੰਗਤ ਵਿੱਚ ਆਣ ਕੇ ਅਸੀਂ ਗੁਰੂ ਦੇ ਦਰਸ਼ਨ ਕਰਦੇ ਹਾਂ। ਕੋਈ ਵਾਹਿਗੁਰੂ ਮੁਖ ਚੋਂ ਕਹਿੰਦਾ ਹੈ, ਕੋਈ ਗੁਰੂ ਕੀ ਪਾਵਨ ਬਾਣੀ ਦਾ ਸ਼ਬਦ ਸੁਣ ਕੇ ਸ਼ਾਇਦ ਇੱਕ ਅੱਖਰ ਇੱਕ ਸ਼ਬਦ ਹੀ ਹਿਰਦੇ ਵਿੱਚ ਉਤਰ ਜਾਏ ਤੇ ਮਨੁੱਖ ਦਾ ਪਾਰ ਉਤਾਰਾ ਹੋ ਜਾਏ। ਮੈਂ ਬੇਨਤੀ ਕਰ ਰਿਹਾ ਸੀ, ਜਿਹੜੇ ਰੱਬ ਦੇ ਨੇੜੇ ਨੇ, ਰੱਬ ਦੇ ਪਿਆਰੇ ਨੇ, ਬੰਦਗੀ ਵਾਲੇ ਸਾਧੂ ਨੇ, ਧਰਮਾਤਮਾ ਨੇ, ਮਹਾਂਪੁਰਖ ਨੇ, ਜਿਹੜੇ ਬੰਦਗੀ ਵਾਲੇ, ਵਿਖਾਵੇ ਵਾਲੇ ਨਹੀਂ। ਪਿਆਰੇ ਗੁਰਸਿੱਖੋ, ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਉਹ ਵੀ ਆ ਪਿਛਲੇ ਸਮੇਂ ਦੇ ਅੰਦਰ ਸਿੱਖ ਸੰਗਤਾਂ ਨੇ ਐਸੇ ਜੂਨ ਦੇ ਮਹੀਨੇ ਵਿੱਚ ਮਨਾਇਆ, ਜੇਠ ਦੇ ਮਹੀਨੇ ਵਿੱਚ ਮਨਾਇਆ। ਆਪਾਂ ਸਰਵਣ ਕੀਤੇ ਨੇ ਇਤਿਹਾਸ। ਗੁਰਮੁਖੋ, ਥੱਲੇ ਅੱਗ ਦੇ ਭਾਂਬੜ ਬਲਦੇ ਰਹੇ, ਸੀਸ ਤੇ ਸੜਦਾ ਬਲਦਾ ਰੇਤਾ ਪੈਂਦਾ ਰਿਹਾ, ਪਰ ਉਹ ਫਿਰ ਵੀ ਸ਼ਾਂਤ ਨੇ। ਅੱਜ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਆਗਮਨ ਪੁਰਬ ਹੈ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਤਤੀਆਂ ਤਵੀਆਂ ਤੇ ਬੈਠੇ 30 ਮਈ 1606 ਈਸਵੀ ਨੂੰ ਉਹਨਾਂ ਦੀ ਸ਼ਹਾਦਤ ਹੋਈ। ਸ਼ਹਾਦਤ ਤੋਂ ਪਹਿਲਾਂ ਜਦੋਂ ਅੰਮ੍ਰਿਤਸਰ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਮਹਾਰਾਜ ਤੁਰੇ ਨੇ, ਮਹਾਰਾਜ ਜਾਣਦੇ ਸਨ ਆਉਣ ਵਾਲੇ ਸਮੇਂ ਵਿੱਚ ਕੀ ਕੁਝ ਹੋਣ ਵਾਲਾ ਹੈ। ਵਕਤ ਦੀ ਸਰਕਾਰ ਦੀ ਨੀਅਤ ਦੇ ਵਿੱਚ ਖੋਟ ਹੈ। ਉਹ ਇਹ ਨਹੀਂ ਕਿ ਬਾਦਸ਼ਾਹ ਸਿਰਫ ਕੁਝ ਗੱਲਾਂ ਕਰਨਾ ਚਾਹੁੰਦਾ ਹੈ। ਬਾਦਸ਼ਾਹ ਜਹਾਂਗੀਰ ਤਾਂ ਇਹ ਚਾਹੁੰਦਾ ਹੈ ਕਿ ਇਹ ਗੁਰੂ ਨਾਨਕ ਦਾ ਜਿਹੜਾ ਬੂਟਾ ਲਾਇਆ ਹੋਇਆ ਸਿੱਖੀ ਦਾ, ਇਹ ਪ੍ਰਫੁੱਲਤ ਹੁੰਦਾ ਜਾ ਰਿਹਾ, ਇਸ ਨੂੰ ਜੜ ਤੋਂ ਉਖੇੜ ਕੇ ਸਦਾ ਵਾਸਤੇ ਕਿਵੇਂ ਸੁਕਾਇਆ ਜਾਏ, ਇਸ ਕਰਕੇ ਉਹ ਘਟ ਨਹੀਂ ਕਰੇਗਾ। ਗੁਰੂ ਅਰਜਨ ਸਾਹਿਬ ਮਹਾਰਾਜ ਅੰਮ੍ਰਿਤਸਰ ਸਾਹਿਬ ਤੋਂ ਤੁਰਨ ਲੱਗੇ। ਆਪਣੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ, ਜਿਨ੍ਹਾਂ ਦਾ ਅੱਜ ਆਪਾਂ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ, ਲਗਭਗ 11 ਸਾਲ ਦੀ ਉਹਨਾਂ ਦੀ ਉਮਰ ਹੈ। ਹਰਮੰਦਰ ਸਾਹਿਬ ਦੇ ਐਨ ਬਿਲਕੁਲ ਸਾਹਮਣੇ, ਜਿੱਥੇ ਅੱਜ ਅਕਾਲ ਤਖਤ ਸਾਹਿਬ ਹੈ, ਉਦੋਂ ਅਕਾਲ ਤਖਤ ਸਾਹਿਬ ਨਹੀਂ ਸੀ, ਸਿਰਫ ਉੱਥੇ ਕੋਠਾ ਸਾਹਿਬ ਸੀ। ਅੱਜ ਵੀ ਉਸ ਕੋਠਾ ਸਾਹਿਬ ਦੇ ਆਪਾਂ ਦਰਸ਼ਨ ਕਰਦੇ ਹਾਂ। ਮੈਂ ਤੁਹਾਡੇ ਇਹ ਧਿਆਨ ਗੋਚਰੇ ਗੱਲ ਕਰਨੀ ਚਾਹੁੰਦਾ ਹਾਂ। ਦਰਸ਼ਨ ਤਾਂ ਆਪਾਂ ਸਾਰੇ ਕਰਦੇ ਹਾਂ, ਪਰ ਕਈ ਵਾਰੀ ਖਿਆਲ ਨਹੀਂ ਹੁੰਦਾ। ਜਦੋਂ ਆਪਾਂ ਅਕਾਲ ਤਖਤ ਸਾਹਿਬ ਦੀਆਂ ਪੌੜੀਆਂ ਚੜ੍ਹਦੇ ਹਾਂ, ਅੰਦਰ ਅਕਾਲ ਤਖਤ ਸਾਹਿਬ ਦੇ ਪ੍ਰਵੇਸ਼ ਹੁੰਨੇ ਆ, ਖੱਬੇ ਹੱਥ ਸੁੰਦਰ ਸਜਿਆ ਹੋਇਆ ਪਲੰਗ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੁਖਾਸਨ ਹੁੰਦੇ ਨੇ ਰਾਤ ਨੂੰ, ਤੇ ਸਵੇਰੇ ਹਰਮੰਦਰ ਸਾਹਿਬ ਵਿੱਚ ਪ੍ਰਕਾਸ਼ ਹੋਣ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉੱਥੋਂ ਚੱਲਦੇ ਨੇ। ਉਹ ਕੋਠਾ ਸਾਹਿਬ ਹੈ। ਉਸ ਵੇਲੇ ਸਿਰਫ ਉਹ ਕੋਠਾ ਸਾਹਿਬ ਮੌਜੂਦ ਸੀ। ਗੁਰਮੁਖੋ, ਉਸ ਅਸਥਾਨ ਤੇ ਗੁਰੂ ਅਰਜਨ ਸਾਹਿਬ ਆਪ ਬੈਠੇ ਨੇ। ਹੁਕਮ ਲਾਇਆ ਨਿਕਟਵਰਤੀ ਸਿੱਖ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਚੌਧਰੀ ਲੰਗਾਹਾ ਜੀ, ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ ਇਤਿਆਦਿਕ ਨਿਕਟਵਰਤੀ ਸਾਰੇ ਸਿੱਖ ਸਤਿਗੁਰਾਂ ਦੇ ਕੋਲ ਆ ਗਏ। ਆਪਣੇ ਸਾਹਿਬਜ਼ਾਦੇ ਹਰਗੋਬਿੰਦ ਨੂੰ ਕੋਲ ਬਿਠਾਇਆ ਤੇ ਗੁਰਤਾ ਗੱਦੀ ਦੀ ਬਖਸ਼ਿਸ਼ ਗੁਰੂ ਅਰਜਨ ਸਾਹਿਬ ਮਹਾਰਾਜ ਲਾਹੌਰ ਜਾਣ ਤੋਂ ਪਹਿਲਾਂ ਆਪਣੇ ਸਾਹਿਬਜ਼ਾਦੇ ਨੂੰ ਕਰਕੇ ਗਏ ਨੇ, ਕਿਉਂਕਿ ਮਹਾਰਾਜ ਆਉਣ ਵਾਲੇ ਸਮੇਂ ਦੀ ਨਬਜ਼ ਪਕੜ ਕੇ ਪਹਿਚਾਨਣ ਵਾਲੇ ਸਨ ਕਿ ਕੀ ਹੋਣ ਵਾਲਾ। ਲਓ ਜੀ, ਉਧਰ ਸਤਿਗੁਰੂ ਅਰਜਨ ਦੇਵ ਮਹਾਰਾਜ ਲਾਹੌਰ ਗਏ। ਜਹਾਂਗੀਰ ਬਾਦਸ਼ਾਹ ਨਾਲ ਗੱਲਾਂ ਬਾਤਾਂ ਹੋਈਆਂ। ਜ਼ੁਲਮ ਦੀ ਇੰਤਹਾ ਹੋ ਗਈ। ਤਤੀਆਂ ਤਵੀਆਂ ਤੇ ਤਪਾਇਆ ਗਿਆ, ਅੱਗ ਦੇ ਭਾਂਬੜ ਬਾਲੇ, ਉਬਲਦੇ ਪਾਣੀ ਦੇ ਦੇਗੇ ਵਿੱਚ ਬਿਠਾਇਆ। ਆਖਰ ਰਾਵੀ ਦਰਿਆ ਦੀ ਵਗਦੀ ਠੰਡੇ ਪਾਣੀ ਦੀ ਸ਼ਾਖਾ ਲਾਹੌਰ ਦੇ ਕਿਲੇ ਦੇ ਕੋਲੋਂ 30 ਮਈ 1606 ਈਸਵੀ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਉਹਦੇ ਵਿੱਚ ਸ਼ਹਾਦਤ ਹੋ ਗਈ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋ ਗਈ। 5 ਸਿੱਖ ਨਾਲ ਗਏ ਸਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ, ਭਾਈ ਜੇਠਾ ਜੀ, ਚੌਧਰੀ ਲੰਗਾਹਾ ਜੀ, ਬਾਬਾ ਬਿਧੀ ਚੰਦ ਜੀ, ਭਾਈ ਪੈੜਾ ਜੀ ਤੇ ਭਾਈ ਮੋਖਾ ਜੀ। ਇੱਕ ਵਾਰੀ ਮਹਿਸੂਸ ਕਰਕੇ ਵੇਖਿਓ, ਦਿਲ ਦਾ ਮਹਿਰਮ ਜਿਸ ਤੋਂ ਬਗੈਰ ਸਿੱਖ ਦੀ ਜ਼ਿੰਦਗੀ ਅਧੂਰੀ ਹੈ, ਜਿਹਦੇ ਚਰਨਾਂ ਦੇ ਭੌਰੇ ਬਣੇ ਹੋਏ ਸਾਰੇ ਸਿੱਖ ਅੱਜ ਗੁਰੂ ਅਰਜਨ ਦੇਵ ਮਹਾਰਾਜ ਦੇ ਨਾਲ ਗਏ ਸਨ, ਪਰ ਵਾਪਸ ਗੁਰੂ ਅਰਜਨ ਸਾਹਿਬ ਮਹਾਰਾਜ ਨਹੀਂ ਆਏ। ਉਹਨਾਂ ਦੀ ਸ਼ਹਾਦਤ ਹੋ ਗਈ। ਉਹ 5 ਸਿੱਖ ਵਾਪਸ ਪਰਤੇ। ਉਹਨਾਂ ਦੇ ਦਿਲ ਦੇ ਹਾਲਾਤ ਕੈਸੇ ਹੋਣਗੇ, ਕਿੱਡਾ ਕੁ ਵੱਡਾ ਉਹਨਾਂ ਦੇ ਦਿਲ ਉੱਤੇ ਦੁਖਾਂਤ ਵਾਪਰਿਆ ਹੋਵੇਗਾ, ਜਿਨ੍ਹਾਂ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਗਏ ਤੇ ਉਹਨਾਂ ਦੀ ਸ਼ਹਾਦਤ ਦਾ ਦ੍ਰਿਸ਼ ਵੇਖਿਆ। 5 ਸਿੱਖ ਵਾਪਸ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਗਏ। ਹਰਗੋਬਿੰਦ, ਸਤਿਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸੁਭਾਏਮਾਨ ਸਨ। ਸੰਗਤਾਂ ਇਸੇ ਤਰ੍ਹਾਂ ਬੈਠੀਆਂ ਨੇ ਜਿਵੇਂ ਤੁਸੀਂ ਜੁੜ ਬੈਠੇ ਹੋ। ਆਏ ਸਿੱਖ ਤਾਹਾਂ ਮਾਰ ਉਠੇ। ਵੈਰਾਗ ਦੇ ਨਾਲ ਹਰ ਇੱਕ ਸਿੱਖ ਦੇ ਹੰਝੂ ਟਪਕ ਪਏ, ਅੱਖਾਂ ਭਰ ਆਈਆਂ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਰੀ ਗੱਲ ਪੁੱਛੀ। ਇਹਨਾਂ ਗੁਰਸਿੱਖਾਂ ਨੇ ਅੱਖਾਂ ਚੋਂ ਨੀਰ ਵਹਾਉਂਦਿਆਂ ਲੜਖੜਾਉਂਦੀ ਜ਼ੁਬਾਨ ਦੇ ਨਾਲ ਜੋ ਕੁਝ ਲਾਹੌਰ ਵਿੱਚ ਵਾਪਰਿਆ ਸੀ ਉਹ ਸਾਰਾ ਕੁਝ ਕਹਿ ਸੁਣਾਇਆ।
ਮਹਾਰਾਜ ਨੇ ਹੁਕਮ ਕੀਤਾ ਸ੍ਰੀ ਸਹਿਜ ਪਾਠ ਆਰੰਭ ਕੀਤੇ ਜਾਣ। ਗੁਰਮੁਖੋ ਗੁਰਦੁਆਰਾ ਕੋਠਾ ਸਾਹਿਬ ਦੇ ਵਿੱਚ ਸਹਿਜ ਪਾਠ ਆਰੰਭ ਹੋਏ ਗੁਰੂ ਕੀ ਪਾਵਨ ਬਾਣੀ ਦੇ, ਜਿਹੜੇ ਆਪਾਂ ਦਰਸ਼ਨ ਕਰਦੇ ਹਾਂ ਤੇ ਬਾਣੀ ਸਰਵਣ ਕਰ ਰਹੇ ਹਾਂ। ਸਹਿਜ ਪਾਠ ਦੀ ਆਰੰਭਤਾ ਕੀਤੀ, ਬਾਣੀ ਦੇ ਜਾਪ ਕੀਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ, ਜਿਨ੍ਹਾਂ ਦਾ ਜ਼ਿਕਰ ਤੁਸੀਂ ਭਾਈ ਸਾਹਿਬ ਭਾਈ ਮਨਜਿੰਦਰ ਸਿੰਘ ਜੀ ਉਹਨਾਂ ਦੇ ਪਾਸੋਂ ਸਰਵਣ ਕਰ ਰਹੇ ਸੀ, ਜਿਨ੍ਹਾਂ ਦੇ ਕੋਲ ਮਾਤਾ ਗੰਗਾ ਜੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਹੁਕਮ ਦਾ ਸਦਕਾ ਗਏ, ਪ੍ਰਾਰਥਨਾ ਕੀਤੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤਾ ਸੀ, ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜਨਮ ਹੋਇਆ ਸੀ ਗੁਰੂ ਕੀ ਵਡਾਲੀ ਵਿੱਚ। ਬਾਬਾ ਬੁੱਢਾ ਸਾਹਿਬ ਜੀ ਨੇ ਬਾਣੀ ਦੇ ਜਾਪ ਕੀਤੇ, 13ਵੇਂ ਦਿਨ ਗੁਰੂ ਕੀ ਪਵਿੱਤਰ ਬਾਣੀ ਦਾ ਭੋਗ ਪਾਇਆ ਗਿਆ। ਜਦੋਂ ਭੋਗ ਪੈ ਰਹੇ ਸਨ, ਖੁੱਲਾ ਵਿਹੜਾ ਅਕਾਲ ਤਖਤ ਸਾਹਿਬ ਦੇ ਸਾਹਮਣੇ, ਜਿੱਥੇ ਅੱਜ ਵੀ ਆਪਾਂ ਜਾ ਕੇ ਦਰਸ਼ਨ ਕਰਦੇ ਆਂ, ਬੈਠਦੇ ਆਂ, ਬੜੀ ਦੂਰੋਂ ਦੂਰੋਂ ਸੰਗਤ ਇਸ ਭੋਗ ਦੇ ਸਮੇਂ ਤੇ ਪਹੁੰਚੀ ਹੋਈ ਹੈ। ਪਿਆਰੇ ਗੁਰਸਿੱਖੋ, ਭੋਗ ਪੈਣ ਤੋਂ ਉਪਰੰਤ ਦਸਤਾਰਬੰਦੀ ਦੀ ਰਸਮ ਮਰਿਆਦਾ ਹੋਈ। ਇਹ ਅੱਜ ਵੀ ਹੈ ਸਿੱਖਾਂ ਦੇ, ਸਾਡੇ ਘਰਾਂ ਦੇ ਅੰਦਰ। ਪਿਤਾ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਪਿਤਾ ਦੀ ਪੱਗ ਪੁੱਤਰ ਦੇ ਸਿਰ ਤੇ ਵੱਜਦੀ ਹੈ। ਗੁਰਮੁਖੋ ਦਸਤਾਰਬੰਦੀ ਹੋਈ, ਸੰਗਤ ਬੜਾ ਵਿਸ਼ਾਲ ਇਕੱਠ ਸੀ। ਅਜੇ ਗੁਰੂ ਕੀ ਦੇਗ ਦਾ ਵਰਤਾਰਾ ਵਰਤਣ ਲੱਗਾ, 6ਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਗੁਰਸਿੱਖੋ ਠਹਿਰੋ। ਆਪ 6ਵੇਂ ਪਾਤਸ਼ਾਹ ਸਟੇਜ ਤੇ ਆ ਗਏ। ਇੱਕ ਵਾਰੀ ਇਕਾਗਰਤਾ ਦੇ ਨਾਲ ਧਿਆਨ ਬਣਾ ਕੇ ਵੇਖਿਓ, ਦਰਸ਼ਨ ਕਰਿਓ। ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਭੋਗ ਵਾਲੇ ਦਿਨ, ਜਿਸ ਦਿਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਬਾਣੀ ਦੇ ਭੋਗ ਪਾਏ ਗਏ, 6ਵੇਂ ਪਾਤਸ਼ਾਹ ਆਪ ਸਟੇਜ ਤੇ ਆ ਗਏ। ਸਾਹਮਣੇ ਸੰਗਤ ਚੌਂਕੜੇ ਲਾ ਕੇ ਬੈਠੀ ਹੈ, ਦੀਦਾਰ ਕਰ ਰਹੀ ਹੈ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕੀ ਕਹਿਣਗੇ ਸਾਰੀ ਸੰਗਤ ਨੂੰ। ਆਓ ਸਰਵਣ ਕਰਿਓ। ਕਵੀ ਨੇ ਬੜੇ ਪਿਆਰੇ ਬੋਲ ਉਕਰੇ ਨੇ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਖਲੋ ਕੇ ਸੰਗਤ ਦੇ ਸਟੇਜ ਤੇ ਆਣ ਕੇ ਕੀ ਸੰਬੋਧਿਤ ਹੋ ਕੇ ਸੰਗਤਾਂ ਨੂੰ ਹੁਕਮ ਲਾ ਰਹੇ ਨੇ, ਆਉਣ ਵਾਲੇ ਸਮੇਂ ਦੀ ਤਰਤੀਬ ਦੱਸ ਰਹੇ ਨੇ। ਉਹਨਾਂ ਬੋਲਾਂ ਦਾ ਵੇਰਵਾ ਸੰਗਤ ਦੀ ਸੇਵਾ ਅੰਦਰ ਢਾਡੀ ਜੱਥਾ ਗਾ ਕੇ
ਵਾਰ ਸਾਰੀ ਸੰਗਤ ਸਤਿਗੁਰਾਂ ਨੂੰ ਸੀਸ ਝੁਕਾ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੰਗਤਾਂ ਦੇ ਵਿੱਚ ਖਲੋ ਕੇ ਐਲਾਨ ਕੀਤਾ। ਦਸਤਾਰਬੰਦੀ ਉਸ ਦਿਨ ਹੋ ਗਈ ਹੈ। ਸਤਿਗੁਰਾਂ ਦੇ ਸੀਸ ਉੱਤੇ ਕਲਗੀ ਸਜਾਈ ਗਈ। ਇਤਿਹਾਸ ਕਹਿੰਦਾ ਹੈ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ ਵਾਸਤੇ ਸੇਲੀ ਲਿਆਂਦੀ ਗਈ, ਪਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ ਜੀ ਇਹਨੂੰ ਤੋਸ਼ੇਖਾਨੇ ਵਿੱਚ ਸੰਭਾਲ ਕੇ ਰੱਖ ਦਿਓ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਸੀਸ ਉੱਤੇ ਕਲਗੀ ਸਜੀ। ਸੰਗਤਾਂ ਵਿੱਚ ਸੰਬੋਧਿਤ ਹੋ ਕੇ ਮੇਰੇ ਪਾਤਸ਼ਾਹ ਨੇ ਐਲਾਨ ਕਰਕੇ ਆਖਿਆ ਓ ਗੁਰਸਿੱਖੋ, ਗੁਰੂ ਨਾਨਕ ਦਾ ਲਾਇਆ ਬੂਟਾ ਜਿਸ ਦੀ ਪਰਵਰਿਸ਼ 5 ਗੁਰੂ ਸਾਹਿਬਾਨਾਂ ਤੱਕ ਹੋਈ ਹੈ, ਬੜੇ ਸ਼ਾਂਤਮਈ ਢੰਗ ਦੇ ਨਾਲ, ਕੋਈ ਜੰਗ ਨਹੀਂ, ਕੋਈ ਯੁੱਧ ਨਹੀਂ। ਇਹ ਗੁਰੂ ਨਾਨਕ ਦਾ ਘਰ ਦੁਨੀਆ ਦੇ ਹਰ ਧਰਮ ਦੇ ਬੰਦੇ ਨੂੰ ਕਲਾਵੇ ਵਿੱਚ ਲੈ ਕੇ ਪਿਆਰ ਕਰਦਾ ਔਰ ਕਰਦਾ ਰਹੇਗਾ। ਪਰ ਜ਼ੁਲਮ ਦੀ ਇੰਤਹਾ ਹੋ ਗਈ। ਵਕਤ ਦੀ ਸਰਕਾਰ, ਵਕਤ ਦੇ ਬਾਦਸ਼ਾਹ ਦੇ ਦਿਲ ਦੇ ਥਾਂ ਦੇ ਉੱਤੇ ਪੱਥਰ ਪਿਆ, ਦਿਲ ਨਹੀਂ ਪੱਥਰ ਪਿਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦਾ ਕੀ ਗੁਨਾਹ ਹੈ? ਉਹਨਾਂ ਨੂੰ ਉਬਲਦੇ ਪਾਣੀ ਦੇ ਦੇਗੇ ਵਿੱਚ ਉਬਾਲਿਆ ਗਿਆ। ਗੁਰੂ ਅਰਜਨ ਦੇਵ ਮਹਾਰਾਜ ਨੂੰ ਤੱਤੀਆਂ ਤਵੀਆਂ ਤੇ ਬਿਠਾਇਆ ਗਿਆ। ਥੱਲੇ ਅੱਗ ਦੇ ਭਾਂਬੜ ਵਾਲੇ, ਸਿਰ ਤੇ ਸੜਦਾ ਬਲਦਾ ਰੇਤਾ ਪਾਇਆ ਗਿਆ। ਇਹਦੇ ਤੋਂ ਵਧੇਰੇ ਜ਼ੁਲਮ ਹੋਰ ਕੀ ਹੋ ਜਾਏਗਾ? ਬਸ ਹੁਣ ਅਖੀਰ ਇੱਕੋ ਹੀ ਗੱਲ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਾਣ ਤੋਂ ਪਹਿਲਾਂ ਸਾਨੂੰ ਇਹ ਬਾਤ ਸਮਝਾ ਕੇ ਗਏ ਸਨ, ਸ਼ਾਂਤਮਈ ਢੰਗ ਦੇ ਨਾਲ ਵਕਤ ਦੀ ਸਰਕਾਰ ਦਾ ਟਾਕਰਾ ਅਸੀਂ ਕਰਾਂਗੇ। ਜੇਕਰ ਵਕਤ ਦੀ ਸਰਕਾਰ ਦਾ ਦਿਲ ਨਾ ਪਸੀਜੇ, ਫਿਰ ਉਸ ਪੱਥਰ ਦਾ ਟਾਕਰਾ ਵਦਾਨ ਦੇ ਨਾਲ ਕਰਨਾ ਪਏਗਾ। ਇੱਟ ਦਾ ਜਵਾਬ ਪੱਥਰ ਨਾਲ ਦੇਣਾ ਪਏਗਾ, ਤਾਂ ਵਕਤ ਦੀ ਸਰਕਾਰ ਨੂੰ ਕੁਝ ਹੋਸ਼ ਆਏਗੀ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਗੁਰਸਿੱਖੋ, ਅੱਜ ਤੋਂ ਬਾਅਦ ਸਮਾਂ ਤਬਦੀਲ ਹੋ ਰਿਹਾ ਹੈ। ਤੁਹਾਡੇ ਹੱਥਾਂ ਦੇ ਵਿੱਚ ਸਿਮਰਨਾ ਹੈ, ਤੁਹਾਡੇ ਹੱਥਾਂ ਦੇ ਵਿੱਚ ਮਾਲਾ ਹੈ। ਤੁਸੀਂ ਭਗਤੀ ਕਰਦੇ ਹੋ, ਬੰਦਗੀ ਕਰਦੇ ਹੋ। ਬੰਦਗੀ ਜਿਹੜਾ ਕਰਦਾ ਭਗਤੀ ਦੇ ਨਾਲ, ਇਬਾਦਤ ਦੇ ਨਾਲ ਸ਼ਹਾਦਤ ਹੁੰਦੀ ਹੈ। ਪਰ ਗੁਰਮੁਖੋ, ਸੇਵਾ ਤੇ ਸਿਮਰਨ ਦੇ ਨਾਲ ਨਾਲ ਇਸ ਬੰਦਗੀ ਵਾਲੀ ਮਾਲਾ ਦੇ ਨਾਲ ਤੁਹਾਡੇ ਹੱਥਾਂ ਵਿੱਚ ਹੁਣ ਸ਼ਸਤਰ ਵੀ ਪਕੜਨੇ ਪੈਣਗੇ। ਗੱਲ ਤਾਂ ਬਣੇਗੀ। ਬੰਦਗੀ ਨੂੰ ਛੱਡਣਾ ਨਹੀਂ। ਬੰਦਗੀ ਦੇ ਨਾਲ ਹੀ ਐਸਾ ਬਲ ਮਿਲਦਾ ਹੈ, ਭਗਤੀ ਦੇ ਨਾਲ ਹੀ ਸ਼ਕਤੀ ਪ੍ਰਾਪਤ ਹੁੰਦੀ ਹੈ। ਇਸੇ ਭਗਤੀ ਦੇ ਮਿਲੇ ਬਲ ਦੇ ਵਿੱਚੋਂ ਤੁਸੀਂ ਸ਼ਕਤੀ ਵੀ ਹਾਸਲ ਕਰਨੀ ਹੈ। ਹੁਣ ਸਿਮਰਨ ਦੇ ਨਾਲ ਨਾਲ ਤੁਸੀਂ ਹੱਥਾਂ ਵਿੱਚ ਹਥਿਆਰ ਵੀ ਪਕੜਨੇ ਨੇ। ਤੁਸੀਂ ਗੁਰੂ ਦੇ ਘਰ ਦੇ ਵਿੱਚ ਬੜੀ ਭੇਟਾ ਲੈ ਕੇ ਆਉਂਦੇ ਹੋ, ਪ੍ਰਵਾਨ। ਪਰ ਅੱਜ ਤੋਂ ਬਾਅਦ ਜਿਹੜਾ ਚੰਗੇ ਸ਼ਸਤਰ ਲਿਆਏਗਾ, ਚੰਗੇ ਘੋੜੇ ਲਿਆਏਗਾ, ਚੰਗੀਆਂ ਜਵਾਨੀਆਂ ਭੇਟਾ ਕਰੇਗਾ, ਗੁਰੂ ਨਾਨਕ ਦੇ ਘਰ ਦੀ ਉਹਦੇ ਤੇ ਬੜੀ ਪ੍ਰਸੰਨਤਾ ਹੋਵੇਗੀ। ਗੁਰਮੁਖੋ, ਇਹ ਐਲਾਨ 6ਵੇਂ ਪਾਤਸ਼ਾਹ ਦਾ ਹੋਇਆ, ਜਿਨ੍ਹਾਂ ਦਾ ਅੱਜ ਪਵਿੱਤਰ ਗੁਰਪੁਰਬ, ਪ੍ਰਕਾਸ਼ ਗੁਰਪੁਰਬ ਮਨਾ ਰਹੇ ਆ। ਮਹਾਰਾਜ ਦਾ ਐਲਾਨ ਸੁਣ ਕੇ ਕਈ ਮਸੰਦ ਤਾਂ ਘਬਰਾ ਗਏ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਇਹ ਕੀ ਐਲਾਨ ਕਰ ਦਿੱਤਾ? ਸਿੱਖਾਂ ਦੇ ਹੱਥਾਂ ਵਿੱਚ ਸ਼ਸਤਰ ਪਕੜਾਉਣੇ ਨੇ, ਸਰਕਾਰ ਦੇ ਨਾਲ ਟੱਕਰ ਹੋਵੇਗੀ। ਉਹ ਸਰਕਾਰ ਦੇ ਨਾਲ ਅਸੀਂ ਕਿਵੇਂ ਮੁਕਾਬਲਾ ਕਰ ਲਵਾਂਗੇ? ਗੁਰਮੁਖੋ, ਭੁੱਲ ਗਏ ਇਹ ਕੌਣ ਨੇ? ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਮੇਰੇ ਤੋਂ ਪਹਿਲਾਂ ਆਪ ਜੀ ਨੇ ਸਰਵਣ ਕੀਤੇ ਨੇ। ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰਉਪਕਾਰੀ। ਇਸ ਦੁਨੀਆ ਵਿੱਚ ਬੜੇ ਯੋਧੇ ਹੋਏ, ਬੜੇ ਪਰਉਪਕਾਰੀ ਹੋਏ। ਜਿਹੜਾ ਪਰਉਪਕਾਰੀ ਹੈ ਉਹ ਯੋਧਾ ਨਹੀਂ, ਜਿਹੜਾ ਯੋਧਾ ਹੈ ਉਹ ਪਰਉਪਕਾਰੀ ਨਹੀਂ। ਪਰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਐਸੇ ਨੇ, ਇੱਕੋ ਸਮੇਂ ਦੇ ਅੰਦਰ ਯੋਧੇ ਵੀ ਨੇ ਤੇ ਪਰਉਪਕਾਰੀ ਵੀ ਨੇ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਐਲਾਨ ਕੀਤਾ, ਗੁਰਸਿੱਖਾਂ ਨੇ ਵਹੀਰਾਂ ਪਾ ਦਿੱਤੀਆਂ, ਸਤਿਗੁਰਾਂ ਦੇ ਕੋਲ ਜਵਾਨੀਆਂ ਭੇਟਾ ਕੀਤੀਆਂ। ਮੰਗ ਕੋਈ ਨਹੀਂ, ਮੰਗ ਸਿਰਫ ਇੱਕੋ ਹੀ ਹੈ, ਦਾਤਾ ਅਸੀਂ ਤੇਰੇ ਹਾਂ, ਤੇਰੇ ਤੋਂ ਬਗੈਰ ਕਿਸੇ ਹੋਰ ਅੱਗੇ ਨਹੀਂ ਝੁਕਦੇ, ਨਾ ਹੱਥ ਅੱਡਦੇ ਆ। ਮਹਾਰਾਜ ਸਿਰਫ 2 ਵਕਤ ਦਾ ਪ੍ਰਸ਼ਾਦਾ ਚਾਹੀਦਾ ਤੇ 6 ਮਹੀਨੇ ਬਾਅਦ ਇੱਕ ਚੋਲਾ, ਇੱਕ ਪੋਸ਼ਾਕ ਚਾਹੀਦੀ ਹੈ। ਇਹਦੇ ਤੋਂ ਵੱਧ ਸਾਡੀ ਕੋਈ ਡਿਮਾਂਡ ਨਹੀਂ। ਜਵਾਨੀਆਂ ਭੇਟਾ ਕੀਤੀਆਂ ਗੁਰਸਿੱਖਾਂ ਨੇ ਗੁਰੂ ਦੇ ਅੱਗੇ। 6ਵੇਂ ਪਾਤਸ਼ਾਹ ਮਹਾਰਾਜ ਦੇ ਕੋਲ ਚੰਗੇ ਸ਼ਸਤਰ ਤੇ ਚੰਗੇ ਘੋੜੇ, ਕਾਬਲ, ਕੰਧਾਰ, ਈਰਾਨ ਤੱਕ ਦੇ ਗੁਰਸਿੱਖਾਂ ਨੇ ਲਿਆ ਕੇ ਭੇਟਾ ਕੀਤੇ। ਲਓ ਜੀ, ਫੌਜ ਤਿਆਰ ਹੋ ਰਹੀ ਹੈ। ਇਧਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਇੱਕ ਦਿਨ ਹਰਮੰਦਰ ਸਾਹਿਬ ਮੱਥਾ ਟੇਕਿਆ, ਪਰਿਕਰਮਾ ਕੀਤੀ, ਸਰੋਵਰ ਦੀ ਵੱਡੀ ਪਰਿਕਰਮਾ ਕਰਕੇ। ਜਿੱਥੇ ਅੱਜ ਦਰਸ਼ਨੀ ਡਿਉਢੀ ਹੈ, ਜਿੱਥੇ ਲਾਚੀ ਬੇਰੀ ਹੈ, ਆਪਾਂ ਸਾਰੇ ਦਰਸ਼ਨ ਕਰਦੇ ਆ। ਉੱਥੇ ਖਲੋ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਨੂੰ ਆਖਿਆ, ਭਾਈ ਜੀ ਵਕਤ ਦੀ ਸਰਕਾਰ ਦਾ ਐਲਾਨ ਤੁਸੀਂ ਸੁਣਿਆ? ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਮਹਾਰਾਜ ਭਾਵੇਂ ਸੁਣਿਆ ਵੀ ਹੋਵੇ,
ਪਰ ਸੱਚੇ ਪਾਤਸ਼ਾਹ ਜੋ ਕੁਝ ਤੁਸੀਂ ਸਮਝਾ ਸਕਦੇ ਹੋ ਓਨੀ ਸੋਚ ਸਾਡੀ ਨਹੀਂ ਨਾ ਹੋ ਸਕਦੀ। ਮਹਾਰਾਜ ਤੁਸੀਂ ਦੱਸੋ, ਆ ਧਿਆਨ ਨਾਲ ਸਰਵਣ ਕਰਿਓ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਗੁਰਦਾਸ ਜੀ ਨੂੰ, ਕਹਿਣ ਲੱਗੇ ਸਰਕਾਰ ਦਾ ਹੁਕਮ ਹੈ, ਕੋਈ ਗੈਰ ਮੁਸਲਮ ਘੋੜ ਸਵਾਰੀ ਨਹੀਂ ਕਰ ਸਕਦਾ, ਕੋਈ ਆਪਣੇ ਕੋਲ ਸ਼ਸਤਰ ਨਹੀਂ ਰੱਖ ਸਕਦਾ, ਕੋਈ ਸਿਰ ਤੇ ਪੱਗ ਨਹੀਂ ਬੰਨ ਸਕਦਾ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸਰਕਾਰ ਦਾ ਐਲਾਨ ਹੈ, ਕੋਈ ਦਿੱਲੀ ਦੇ ਤਖਤ ਤੋਂ ਉੱਚਾ ਥੜਾ ਨਹੀਂ ਬਣਾ ਸਕਦਾ। ਕੀ ਇਹ ਸਰਕਾਰ ਦੀ ਗੁਲਾਮੀ ਇਸੇ ਤਰ੍ਹਾਂ ਪ੍ਰਵਾਨ ਕਰਕੇ ਦੁਨੀਆ ਦੇ ਲੋਕ ਗੁਲਾਮੀ ਦਾ ਜੀਵਨ ਜਿਉਣਗੇ? ਭਾਈ ਗੁਰਦਾਸ ਸਾਹਿਬ ਕਹਿਣ ਲੱਗੇ ਮਹਾਰਾਜ ਜੋ ਤੁਹਾਡਾ ਹੁਕਮ ਹੈ। ਸਤਿਗੁਰਾਂ ਨੇ ਇਸ਼ਾਰਾ ਕੀਤਾ ਹਰਮੰਦਰ ਸਾਹਿਬ ਦੇ ਸਾਹਮਣੇ, ਗੁਰਦੁਆਰਾ ਕੋਠਾ ਸਾਹਿਬ ਦੇ ਬਿਲਕੁਲ ਨਾਲ, ਜਿਹਦੇ ਅੱਜ ਵੀ ਆਪਾਂ ਦਰਸ਼ਨ ਕਰਦੇ ਹਾਂ। ਮਹਾਰਾਜ ਕਹਿਣ ਲੱਗੇ ਇਸ ਅਸਥਾਨ ਤੇ ਥੜਾ ਬਣਾਇਆ ਜਾਏਗਾ, ਔਰ ਯਾਦ ਰੱਖੋ ਦਿੱਲੀ ਦੇ ਤਖਤ ਨਾਲੋਂ ਉੱਚਾ ਹੋਵੇਗਾ, ਦਿੱਲੀ ਦੇ ਥੜੇ ਦੇ ਨਾਲੋਂ। ਮੁਗਲਿਆ ਸਰਕਾਰ ਦੇ 4 ਤਖਤ ਮੰਨੇ ਗਏ ਨੇ, ਆਗਰਾ, ਦਿੱਲੀ, ਲਾਹੌਰ ਤੇ ਕਲਾਨੌਰ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਇਸ ਅਸਥਾਨ ਤੇ ਥੜਾ ਬਣਾਓ। ਮਹਾਰਾਜ ਨੇ ਹੁਕਮ ਕੀਤਾ, ਭਾਈ ਗੁਰਦਾਸ ਸਾਹਿਬ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਲੱਗੇ, ਕੋਈ ਹੋਰ ਤੀਸਰਾ ਸਿੱਖ ਨਹੀਂ। ਮੇਰੇ ਸਾਹਿਬ ਦਾ ਬਚਨ ਹੈ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢਾ ਉਹ ਗੁਰਦਾਸ ਬਣਾਇਓ। 6ਵੇਂ ਪਾਤਸ਼ਾਹ ਨੇ ਆਪ ਨਹੀਂ ਰੱਖੀ, 14 ਫੁੱਟ ਲੰਬਾਈ ਰੱਖੀ ਗਈ ਉਸ ਥੜੇ ਦੀ, 14 ਫੁੱਟ। ਵਾਹਿਗੁਰੂ, 14 ਫੁੱਟ ਲੰਬਾਈ, 8 ਫੁੱਟ ਚੌੜਾਈ ਤੇ 7 ਫੁੱਟ ਉੱਚਾ ਥੜਾ ਬਣਾਇਆ ਗਿਆ, ਜਿਹਦਾ ਪਹਿਲਾ ਨਾਂ ਅਕਾਲ ਬੁੰਗਾ ਰੱਖਿਆ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ। ਗੁਰਮੁਖੋ, ਇਸ ਉੱਚੇ ਬਣਾਏ ਤਖਤ, ਇਸ ਥੜੇ ਦੇ ਉੱਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਚਾਦਰ ਵਿਛਾ ਕੇ ਸੁਭਾਏਮਾਨ ਹੋਏ। ਮੀਰੀ ਤੇ ਪੀਰੀ ਦੀਆਂ 2 ਕਿਰਪਾਨਾਂ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਹੱਥੀਂ ਪਵਾਈਆਂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ। ਇਹ ਸਤਿਗੁਰਾਂ ਦਾ ਹੁਕਮ ਸੀ। ਇੱਥੇ ਕਈ ਵਾਰੀ ਭੁਲੇਖੇ ਦੇ ਨਾਲ ਭਲੱਕੜੇ ਗੱਲ ਵੀ ਕਹਿੰਦੇ ਨੇ, ਜੇ ਆਖੇ ਜੀ ਬਾਬਾ ਬੁੱਢਾ ਸਾਹਿਬ ਜੀ ਕਿਰਪਾਨ ਪਾਉਣ ਲੱਗੇ, ਪਾਉਣੀ ਸੀ ਖੱਬੇ ਪਾਸੇ, ਪਾ ਦਿੱਤੀ ਸੱਜੇ ਪਾਸੇ, ਕਹਿੰਦੇ ਚਲੋ ਲਾਉਣੀ ਕੀ ਆ, ਦੂਜੇ ਪਾਸੇ ਘੋਰ ਪਾ ਦਿੰਦੇ ਆ। ਗੁਰਸਿੱਖੋ ਨਹੀਂ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵਿਦਿਆ ਦੇ ਉਸਤਾਦ ਸਨ। ਉਹਨਾਂ ਦੇ ਮਨ ਵਿੱਚ ਉਹ ਕਦੇ ਭੁਲੇਖਾ ਨਹੀਂ ਖਾ ਸਕਦੇ। ਅਸੀਂ ਦੁਨੀਆਦਾਰ ਲੋਕ ਖਾ ਸਕਦੇ ਹਾਂ ਭੁਲੇਖਾ। ਗੁਰੂ ਹਰਗੋਬਿੰਦ ਪਾਤਸ਼ਾਹ ਦੇ ਹੁਕਮ ਦੇ ਨਾਲ ਮੀਰੀ ਤੇ ਪੀਰੀ ਦੀਆਂ 2 ਕਿਰਪਾਨਾਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਪਾਈਆਂ। ਤਖਤ ਤੇ ਬੈਠੇ 2 ਢਾਡੀ ਨੱਥਮਲ ਤੇ ਅਬਦੁਲ ਖੈਰ ਸੁਰ ਸਿੰਘ ਪਿੰਡ ਤੋਂ ਮੰਗਵਾਏ। ਉਹਨਾਂ ਨੇ ਢੱਡ ਤੇ ਸਰੰਗੀ ਦੇ ਨਾਲ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਕੇ ਵਡਿਆਈ ਕਰਦੇ ਆਖਿਆ, 2 ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟ ਗੜ, ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾ ਕਰੇ ਤਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਇਹਦਾ ਮਤਲਬ ਹੈ ਉਹਨਾਂ ਨੇ ਜਹਾਂਗੀਰ ਨੂੰ ਵੀ ਵੇਖਿਆ ਹੋਵੇਗਾ। ਉਹਨਾਂ ਨੇ ਤਾਰੀਫ ਕਰਦੇ ਆਖਿਆ 6ਵੇਂ ਪਾਤਸ਼ਾਹ ਮਹਾਰਾਜ ਦੇ ਸਾਹਮਣੇ, ਦਾਤਾ ਤੁਹਾਡੇ ਸਾਹਮਣੇ ਉਹਦੀ ਪੱਗ ਕੀ ਹੈ, ਸਚਾਈ ਬਿਆਨ ਕੀਤੀ। ਬਸ ਇਸੇ ਗੱਲ ਤੋਂ ਲੈ ਕੇ ਗੁਰਮੁਖੋ ਇਸ ਤਖਤ ਦੀ ਮਾਣ ਮਰਿਆਦਾ ਦੀ ਸ਼ਾਨ ਨੂੰ ਵੇਖ ਕੇ ਵਕਤ ਦਾ ਬਾਦਸ਼ਾਹ ਜਹਾਂਗੀਰ ਘਬਰਾ ਉੱਠਿਆ। ਉਹਦੇ ਸੱਜੇ ਤੇ ਖੱਬੇ ਰਹਿਣ ਵਾਲੇ ਚੰਦੂ ਦੀਵਾਨ ਵਰਗੇ ਘਬਰਾ ਉੱਠੇ। ਜਿਸ ਗੁਰੂ ਨੂੰ, ਗੁਰੂ ਅਰਜਨ ਦੇਵ ਨੂੰ ਅਸੀਂ ਤਸੀਹੇ ਦੇ ਕੇ ਸ਼ਹੀਦ ਕੀਤਾ ਹੈ, ਉਸ ਦੇ ਪੁੱਤਰ ਨੇ ਵੱਡੀ ਫੌਜ ਬਣਾ ਲਈ। ਉਹਨਾਂ ਦਾ ਆਪਣਾ ਤਖਤ ਹੈ, ਸਰਕਾਰ ਦੀਆਂ ਕਚਹਿਰੀਆਂ ਖਾਲੀ ਨੇ। ਉਸ ਗੁਰੂ ਦੇ ਚਰਨਾਂ ਵਿੱਚ ਆਣ ਕੇ ਸੰਗਤਾਂ ਲੋਕ ਆਣ ਕੇ ਆਪਣੇ ਫੈਸਲੇ ਕਰਵਾਉਂਦੇ ਨੇ। ਹੋਸ਼ੇ ਗੁਰਾਂ ਨੇ ਇੱਕ ਐਲਾਨ ਕਰਕੇ ਸਾਰਾ ਸਿੱਖੀ ਦਾ ਨਕਸ਼ਾ ਬਦਲਾ ਦਿੱਤਾ। ਸ਼ਸਤਰ ਧਾਰੀ ਗੁਰ ਸਿੱਖਾਂ ਦੇ ਜਥੇ ਸਾਜੇ, ਸ਼ਾਂਤਮਈ ਦਾ ਬਦਲ ਸੁਭਾ ਦਿੱਤਾ। ਹੋ ਕਿਤੇ ਘੋੜ ਸਵਾਰੀ ਤੇ ਕਿਤੇ ਨੇਜੇਬਾਜੀ, ਕੁਸ਼ਤੀ ਕਰਨ ਤੇ ਕਈਆਂ ਨੂੰ ਲਾ ਦਿੱਤਾ। ਉਹ ਚੜ੍ਹਦਾ ਦਿਲਬਰਾ ਸੋਢੀ ਸੁਲਤਾਨ ਦੀਆਂ, ਕਾਂਬਾ ਮੁਗਲ ਸਰਕਾਰ ਨੂੰ ਲਾ ਦਿੱਤਾ। ਕੋਈ ਸ਼ੱਕ ਨਹੀਂ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੀ ਚੜ੍ਹਤ ਨੂੰ ਵੇਖ ਕੇ ਵਕਤ ਦੀ ਸਰਕਾਰ ਘਬਰਾ ਉੱਠੀ। ਇਹਦੇ ਫਲ ਸਰੂਪ
ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਵਿੱਚ ਵੀ ਬੰਦ ਰਹਿਣਾ ਪਿਆ। ਪਰ 6ਵੇਂ ਪਾਤਸ਼ਾਹ ਜੇ ਗਵਾਲੀਅਰ ਦੇ ਕਿਲੇ ਵਿੱਚ ਗਏ ਕੱਲੇ ਸਨ, ਪਰ ਆਏ ਕੱਲੇ ਨਹੀਂ, 52 ਰਾਜਿਆਂ ਨੂੰ ਰਿਹਾ ਕਰਵਾ ਕੇ ਬੰਦੀ ਛੋੜਦਾਤਾ ਬਣ ਕੇ ਆਏ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚ ਗਏ। ਮਹਾਰਾਜ ਨੇ ਸ਼ਹਿਰ ਦੀ ਰਖਵਾਲੀ ਵਾਸਤੇ ਇੱਕ ਕਿਲਾ ਵੀ ਬਣਵਾਇਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਵਕਤ ਦੀ ਸਰਕਾਰ ਨਿਗਾਹ ਰੱਖ ਰਹੀ ਸੀ, ਕੰਬ ਉੱਠੀ। 6ਵੇਂ ਪਾਤਸ਼ਾਹ ਇੱਕ ਦਿਨ ਸ਼ਿਕਾਰ ਖੇਡਣ ਵਾਸਤੇ ਗਏ। ਲਾਹੌਰ ਤੋਂ ਆਏ ਸਿਪਾਹੀਆਂ ਦੇ ਨਾਲ ਰਤਕ ਜਿੰਨਾ ਝਗੜਾ ਹੋਇਆ ਉਹ ਵੀ ਸਰਕਾਰ ਦੇ ਬੰਦਿਆਂ ਵੱਲੋਂ ਕੀਤਾ ਗਿਆ, ਬਾਜ ਦਾ ਬਹਾਨਾ ਬਣਾ ਕੇ ਵੀ ਮਹਾਰਾਜ ਤੁਸੀਂ ਸਾਡਾ ਬਾਜ ਫੜਿਆ। ਸਤਿਗੁਰਾਂ ਨੇ ਆਖਿਆ ਅਸੀਂ ਨਹੀਂ ਫੜਿਆ, ਉੱਡਦਾ ਉੱਡਦਾ ਆਇਆ, ਇਹਦੇ ਵਿੱਚ ਕੋਈ ਦੋਸ਼ ਨਹੀਂ, ਕੋਈ ਗੁਨਾਹ ਨਹੀਂ। ਗੱਲ ਝਗੜੇ ਤੱਕ ਗਈ। ਲਾਹੌਰ ਵਾਪਸ ਸਿਪਾਹੀ ਗਏ, ਉਹਨਾਂ ਗਵਰਨਰ ਕੁਲੀਜ ਖਾਨ ਦੇ ਕੋਲ ਪਿੱਟ ਸਿਆਪਾ ਕਰਕੇ ਆਖਿਆ ਅਸੀਂ ਮਾਰੇ ਗਏ, ਅਸੀਂ ਲੁੱਟੇ ਗਏ। ਉਹ ਸਿੱਖਾਂ ਦੇ ਗੁਰੂ ਨੇ ਆਪਣੀ ਬਣਾ ਲਈ ਫੌਜ, ਉਹ ਬਣ ਗਏ ਸ਼ਸਤਰਧਾਰੀ। ਅੱਜ ਉਹਨਾਂ ਨੇ ਸਾਨੂੰ ਉਹ ਡਰਾਇਆ ਤੇ ਧਮਕਾਇਆ, ਅਸੀਂ ਡਰਦੇ ਮਾਰੇ ਇੱਥੇ ਤੁਹਾਡੇ ਕੋਲ ਪਹੁੰਚੇ ਆ। ਜੇ ਅੱਜ ਨਾ ਰੋਕਿਆ ਗਿਆ, ਅੱਜ ਉਸ ਗੁਰੂ ਨੇ ਸਾਡੇ ਬਾਜ ਨੂੰ ਹੱਥ ਪਾ ਲਿਆ ਤੇ ਕੱਲ ਨੂੰ ਤਾਜ ਨੂੰ ਹੱਥ ਪਾਏਗਾ। ਉਸੇ ਵਕਤ ਕੁਲੀਜ ਖਾਨ ਨੇ ਸ਼ਾਹਜਹਾਨ ਬਾਦਸ਼ਾਹ ਦੇ ਕੋਲੋਂ ਲਈ ਆਗਿਆ। ਕੁਲੀਜ ਖਾਨ ਨੇ 7000 ਫੌਜ ਦੇ ਕੇ ਮੁਖਲਿਸ ਖਾਨ ਜਰਨੈਲ ਨੂੰ ਅੰਮ੍ਰਿਤਸਰ ਵੱਲੇ ਤੋਰ ਦਿੱਤਾ। ਕਹਿੰਦਾ ਜਾਓ ਗੁਰੂ ਹਰਗੋਬਿੰਦ ਸਾਹਿਬ ਨੂੰ ਫੜ ਕੇ ਲਿਆਓ। ਕਿਸ ਗੁਰੂ ਨੂੰ? ਜਿਨ੍ਹਾਂ ਦਾ ਅੱਜ ਪ੍ਰਕਾਸ਼ ਗੁਰਪੁਰਬ ਮਨਾ ਰਹੇ। ਲਓ ਜੀ, ਮੁਖਲਿਸ ਖਾਨ ਚੜ ਪਿਆ ਮਾਰੋ ਮਾਰ ਕਰਦਾ ਲਾਹੌਰ ਤੋਂ ਅੰਮ੍ਰਿਤਸਰ ਨੂੰ। ਬੜਾ ਖੁਸ਼ ਸੀ। ਉਹ ਕਹਿੰਦਾ ਮੇਰੇ ਨਾਲ 7000 ਜਵਾਨ ਹੈ ਜਿਨ੍ਹਾਂ ਕੋਲ ਜੰਗ ਦੀ ਟ੍ਰੇਨਿੰਗ ਹੈ, ਬੜੇ ਬੜੇ ਜਵਾਨ ਨੇ ਜਿਨ੍ਹਾਂ ਦੇ ਕੋਲ ਸ਼ਸਤਰ ਨੇ, ਇਹ ਹਥਿਆਰ ਚਲਾਉਣਾ ਜਾਣਦੇ ਨੇ। ਇਹਨਾਂ ਦੇ ਸਾਹਮਣੇ ਗੁਰੂ ਨੇ ਕੀ ਖਲੋਣਾ? ਗੁਰੂ ਦੇ ਨਾਲ ਦੇ ਸਿੱਖਾਂ ਨੇ ਕੀ ਅੜਨਾ? ਉਹ ਵੱਖੋ ਵੱਖਰੇ ਜਾਤਾਂ ਪਾਤਾਂ ਦੇ ਇਕੱਠੇ ਕੀਤੇ ਲੋਕ ਨੇ, ਉਹਨਾਂ ਕੋਲ ਜੰਗ ਦੀ ਕੋਈ ਟ੍ਰੇਨਿੰਗ ਨਹੀਂ, ਉਹ ਸਾਡਾ ਮੁਕਾਬਲਾ ਨਹੀਂ ਕਰਨਗੇ। ਬਸ ਗਏ ਤੇ ਅਸੀਂ ਗੁਰੂ ਨੂੰ ਫੜ ਕੇ ਲੈ ਆਉਣਾ। ਲਓ ਜੀ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਤੇ ਚੜ ਕੇ ਗਏ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਸ਼ਾਮ ਦਾ ਟਾਈਮ ਸੀ, 23 ਜੇਠ ਦਾ ਮਹੀਨਾ ਹੈ, 23 ਤਾਰੀਖ ਹੈ, 1628 ਈਸਵੀ ਹੈ। ਸ਼ਾਮ ਦੇ ਟਾਈਮ ਗੁਰਸਿੱਖਾਂ ਨੇ ਇਹਨਾਂ ਦਾ ਟਾਕਰਾ ਕੀਤਾ। ਥੋੜੀ ਜੀ ਝੜਪ ਹੋਈ ਜਿੱਥੇ ਅੱਜ ਪੁਤਲੀ ਘਰ, ਉਸ ਅਸਥਾਨ ਤੇ ਮੁਖਲਿਸ ਖਾਨ ਨੇ ਆਖਿਆ ਕੋਈ ਗੱਲ ਨਹੀਂ, ਪਿੱਛੇ ਹਟ ਜਾਓ, ਸਵੇਰੇ ਦਿਨ ਚੜੇਗਾ ਨਾ, ਜਿਹੜਾ ਸਿੱਖਾਂ ਨੇ ਇੱਕ ਇਹਨਾਂ ਦੇ ਗੁਰੂ ਨੇ ਕਿਲਾ ਬਣਾਇਆ, ਉਸ ਕਿਲੇ ਦੇ ਉੱਤੇ ਆਪਾਂ ਹਮਲਾ ਕਰਾਂਗੇ। ਇਧਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ ਆ ਗਿਆ ਸਿੱਖ ਉਸ ਕਿਲੇ ਦੀ ਰਖਵਾਲੀ ਵਾਸਤੇ ਚਲੇ ਗਏ। ਉਸ ਕਿਲੇ ਦਾ ਨਾਂ ਚੇਤੇ ਰੱਖਿਓ, ਉਹਦਾ ਨਾਂ ਹੈ ਲੋਹਗੜ੍ਹ ਦਾ ਕਿਲਾ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਅੱਜ ਵੀ ਮੌਜੂਦ ਹੈ ਗੁਰਦੁਆਰਾ ਲੋਹਗੜ੍ਹ ਸਾਹਿਬ। ਸਿੱਖ ਉਸ ਕਿਲੇ ਵਿੱਚ ਚਲੇ ਗਏ। ਅਗਲੀ ਸਵੇਰ 24 ਜੇਠ ਦਾ ਦਿਨ ਚੜਿਆ। ਮੁਖਲਿਸ ਖਾਨ ਆਪਣੀ ਫੌਜ ਨੂੰ ਲੈ ਕੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਦਾ ਹੋਇਆ ਯਾ ਅਲੀ ਦੇ ਨਾਰੇ ਮਾਰ ਕੇ ਉਸ ਲੋਹਗੜ੍ਹ ਦੇ ਕਿਲੇ ਦੇ ਕੋਲ ਆ ਗਿਆ। ਕਹਿੰਦਾ ਉਹ ਬਹਾਦਰ, ਉਹ ਸਾਹਮਣੇ ਕਿਲਾ ਸਿੱਖਾਂ ਦੇ ਗੁਰੂ ਨੇ ਬਣਾਇਆ ਹੈ, ਕੌਣ ਤੁਹਾਡਾ ਹੱਥ ਪਕੜੇਗਾ? ਕੌਣ ਇਸ ਕਿਲੇ ਵਿੱਚੋਂ ਜਾਣ ਤੋਂ ਤੁਹਾਨੂੰ ਰੋਕੇਗਾ? ਐਸਾ ਹੱਲਾ ਬੋਲੋ, ਇਸ ਕਿਲੇ ਦੀਆਂ ਕੰਧਾਂ ਢਾਹ ਕੇ ਢੇਰੀ ਕਰ ਦਿਓ, ਨੇਸਤੋ ਨਾਬੂਦ ਕਰ ਦਿਓ। ਲਓ ਜੀ, ਲਾਹੌਰ ਤੋਂ ਆਏ ਮੁਖਲਿਸ ਖਾਨ ਨੇ ਆਪਣੀ 7000 ਫੌਜ ਦੇ ਮਾਣ ਵਿੱਚ ਇਸ ਲੋਹਗੜ੍ਹ ਦੇ ਕਿਲੇ ਦੇ ਉੱਤੇ ਇੱਕ ਹੱਲਾ ਹੈ।
दारू मौत दा दो पासियों वज्जिया लहू विच तेगा तीर बरछियां जंग बेग दे करीम बेग तोप जी याद रहिंदियां हो योधिया तेरिया जग विच रहिंदियां हो मर्दा तेरिया हां जी हां वारा तुरियां जा दोवां पासियां दे जवान एक दूसरे उते वार करन लग पए लोहे ते लोहा खड़कण लगा जंग शुरू हो गया ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਅਸਲ ਵਿੱਚ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਇਹ ਸਰਕਾਰ ਦੀਆਂ ਨਜ਼ਰਾਂ ਵਿੱਚ ਬੜੇ ਰੜਕਦੇ ਰਹੇ ਔਰ ਰੜਕਦੇ ਨੇ ਸਿੱਖੀ ਦਾ ਸੋਮਾ ਜਾਣ ਕੇ ਸਭ ਤੋਂ ਪਹਿਲਾ ਹੱਲਾ ਹੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬੋਲਿਆ ਗਿਆ ਪਿਆਰੇ ਗੁਰਸਿੱਖੋ ਜੂਨ 1984 38 ਸਾਲ ਹੋਏ ਨੇ ਅੱਜ ਜੂਨ ਦਾ ਮਹੀਨਾ ਚੱਲ ਰਿਹਾ ਹੈ ਸਾਡੇ ਆਪਣੇ ਦੇਸ਼ ਦੀ ਸਰਕਾਰ ਨੇ ਵੀ ਹਰਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਉੱਤੇ 1984 ਦੇ ਜੂਨ ਮਹੀਨੇ ਵਿੱਚ ਹਮਲਾ ਕੀਤਾ ਤੇ ਦਿਨ ਉਹ ਚੁਣੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ 3 ਜੂਨ ਨੂੰ ਸ਼ਹੀਦੀ ਦਿਹਾੜਾ ਸੀ
1984 ਦੇ ਅੰਦਰ। ਇਸ ਵਾਰ ਵੀ 3 ਜੂਨ ਨੂੰ ਸੀ। ਸਿਰਫ ਮੈਂ ਕਹਿਣਾ ਇਹ ਚਾਹੁੰਦਾ ਹਾਂ, ਸਰਕਾਰ ਦੀ ਨੀਅਤ, ਸਰਕਾਰ ਦੀ ਮਨਸ਼ਾ ਸਿਰਫ ਇੱਕ ਮਨੁੱਖ ਤੇ ਨਹੀਂ, ਇੱਕ ਬੰਦੇ ਤੇ ਨਹੀਂ, ਸਤਿਗੁਰਾਂ ਦੇ ਉੱਤੇ ਕੱਲਿਆਂ ਤੇ ਨਹੀਂ, ਬਲਕਿ ਸਿੱਖੀ ਦੇ ਸੋਮੇ ਤੇ ਆ ਵੀ ਸਿੱਖੀ ਪ੍ਰਫੁੱਲਤ ਨਾ ਹੋ ਜਾਏ ਦਾ ਕਾਣ ਕਿਵੇਂ ਕੀਤਾ ਜਾਏ। ਰਹੋ ਵਿਚਾਰ। ਮੈਂ ਨੀਅਤ ਕੀਤੇ ਵਕਤ ਅੰਦਰ ਇੱਕ ਰਚਨਾ ਹੋਰ ਇਸੇ ਇਤਿਹਾਸ ਦੀ ਲੜੀ ਨੂੰ ਅੱਗੇ ਕਹਾਂ, ਕਿਉਂਕਿ ਅੱਜ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਅਵਤਾਰ ਪੁਰਬ ਹੈ। ਹਾੜ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ। ਇਤਫਾਕ ਇਹ ਸਾਰੇ ਸਮਾਗਮ ਇੱਕ ਦਿਨ ਆਪਾਂ ਮਨਾ ਰਹੇ ਹਾਂ। ਨੈਕੀ ਕੁਟਿਆ ਬਗੌਰਾ ਵਿਖੇ ਸੰਤ ਬਾਬਾ ਹਰੀ ਸਿੰਘ ਜੀ ਸੱਚਖੰਡ ਵਾਸੀ ਮਹਾਂਪੁਰਖਾਂ ਦਾ ਜਨਮ ਦਿਨ, ਸੰਗਰਾਂਦ ਦਾ ਦਿਹਾੜਾ ਵੀ ਹੈ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਅਵਤਾਰ ਪੁਰਬ ਵੀ ਹੈ। ਲਓ ਜੀ, ਲਾਹੌਰ ਤੋਂ ਆਈ ਫੌਜ ਦੇ ਜਰਨੈਲਾਂ ਨੇ ਲੋਹਗੜ੍ਹ ਦੇ ਕਿਲੇ ਤੇ ਹੱਲਾ ਬੋਲ ਦਿੱਤਾ। 6ਵੇਂ ਪਾਤਸ਼ਾਹ ਦੇ ਭੇਜੇ ਹੋਏ 25 ਸਿੱਖ ਲੋਹਗੜ੍ਹ ਦੇ ਕਿਲੇ ਵਿੱਚ ਮੌਜੂਦ ਨੇ। ਆਈ ਫੌਜ ਦਾ ਟਾਕਰਾ ਕਰਨ ਲੱਗ ਪਿਆ। ਇੱਕ ਪਾਸੇ 7000 ਫੌਜ ਹੈ, ਕਿਲੇ ਦੇ ਅੰਦਰ 25 ਸਿੱਖ ਨੇ। ਮੈਦਾਨ ਵਿੱਚ ਲੋਹੇ ਤੇ ਲੋਹਾ ਖੜਕ ਰਿਹਾ ਹੈ। ਕਿਲੇ ਦੇ ਵਿੱਚੋਂ ਇੱਕ ਸਿੱਖ ਦੌੜਿਆ। ਉਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਵੱਲੇ ਅਕਾਲ ਤਖਤ ਸਾਹਿਬ ਜਿੱਥੇ 6ਵੇਂ ਪਾਤਸ਼ਾਹ ਬੈਠੇ ਸਨ। ਆ ਧਿਆਨ ਦਿਓ ਜੇ, ਕਿ ਉਹ ਲੋਹਗੜ੍ਹ ਦੇ ਕਿਲੇ ਵਿੱਚੋਂ ਡਰਦਾ ਹੋਇਆ ਦੌੜਿਆ, ਜਾਂ ਉਹ ਘਬਰਾ ਕੇ ਦੌੜਿਆ, ਜਾਂ ਉਹ ਆਪਣੀ ਜਾਨ ਬਚਾਉਣ ਵਾਸਤੇ ਦੌੜਿਆ? ਨਹੀਂ, ਬਲਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਨਾਲ ਇੱਕ ਵਿਚਾਰ ਕਰਨ ਵਾਸਤੇ ਦੌੜਿਆ। ਉਹ ਰਾਮਗੜੀਆ ਸਿੱਖ ਹੈ, ਖੇਮਕਰਨ ਸ਼ਹਿਰ ਦੇ ਰਹਿਣ ਵਾਲਾ। ਇਹ ਖੇਮਕਰਨ ਸ਼ਹਿਰ ਅੱਜ ਦੇ ਪੰਜਾਬ ਦੇ ਬਿਲਕੁਲ ਬਾਰਡਰ ਦੇ ਉੱਤੇ ਹੈ। ਪਾਕਿਸਤਾਨ ਤੋਂ ਉਰਲਾ ਪਹਿਲਾ ਪਿੰਡ ਜਿਹੜਾ ਉਹ ਖੇਮਕਰਨ ਹੈ, ਬਾਰਡਰ ਦੇ ਉੱਤੇ। ਰਾਮਗੜੀਆ ਸਿੱਖ ਹੈ। ਇਹ ਸਿੱਖ ਦਾ ਨਾਂ ਹੈ ਭਾਈ ਮੋਹਰੀ ਚੰਦ। ਇਹ ਜਦੋਂ ਲੋਹੇ ਤੇ ਲੋਹਾ ਖੜਕ ਰਿਹਾ ਸੀ, ਜੰਗ ਹੋ ਰਿਹਾ ਸੀ, ਕਿਲੇ ਵਿੱਚੋਂ ਦੌੜਿਆ ਤੇ 6ਵੇਂ ਪਾਤਸ਼ਾਹ ਦੇ ਸਾਹਮਣੇ ਆ ਗਿਆ। ਅਕਾਲ ਤਖਤ ਸਾਹਿਬ ਮਹਾਰਾਜ ਉੱਥੇ ਬੈਠੇ ਨੇ, ਬੇਪਰਵਾਹ ਸਤਿਗੁਰੂ ਨੇ। ਗੁਰਮੁਖੋ 2 ਸ਼ਬਦ ਨੇ, ਇੱਕ ਲਾਪਰਵਾਹ ਹੁੰਦਾ, ਇੱਕ ਬੇਪਰਵਾਹ ਹੁੰਦਾ। ਦੁਨੀਆ ਦੇ ਲੋਕ ਤਾਂ ਲਾਪਰਵਾਹ ਹੋ ਸਕਦੇ ਨੇ, ਪਰ ਗੁਰੂ ਉਹ ਬੇਪਰਵਾਹ ਹੈ, ਉਹ ਲਾਪਰਵਾਹ ਨਹੀਂ। ਜਿਹੜੇ ਰੱਬ ਦੀ ਬੰਦਗੀ ਵਾਲੇ ਮਹਾਂਪੁਰਖਾਂ ਜੈਸੇ ਹੁੰਦੇ ਨੇ, ਰੱਬ ਦੇ ਨਾਲ ਇਕਮਿਕ ਹੋਏ, ਉਹ ਬੇਪਰਵਾਹ ਹੁੰਦੇ ਨੇ, ਦੁਨੀਆ ਦੀ ਪਰਵਾਹ ਨਹੀਂ ਕਰਦੇ। ਭਾਵੇਂ ਕੋਈ ਰਾਜਾ ਆਵੇ, ਭਾਵੇਂ ਕੋਈ ਚਲਿਆ ਜਾਏ, ਕਿਸੇ ਦੀ ਕੋਈ ਫਿਕਰ ਨਹੀਂ। ਪਰਵਾਹ ਨਾ ਹੀ ਕਿਸੇ ਕੇਰੀ, ਬਾਜ ਸੱਚੇ ਨਾ। 6ਵੇਂ ਪਾਤਸ਼ਾਹ ਦੇ ਸਾਹਮਣੇ ਮੋਹਰੀ ਚੰਦ ਨੇ ਆਣ ਮੱਥਾ ਟੇਕਿਆ, ਹੱਥ ਜੋੜ ਕੇ ਖਲੋ ਗਿਆ। ਸਤਿਗੁਰੂ ਕਹਿਣ ਲੱਗੇ, ਆਓ ਮੋਹਰੀ ਚੰਦ, ਕਿਵੇਂ ਆਏ ਹੋ? ਜੰਗ ਜਿੱਤਿਆ ਗਿਆ? ਇਹਨੇ ਸਿਰ ਹਿਲਾ ਕੇ ਨਾ ਵਿੱਚ ਉਤਰ ਦਿੱਤਾ। ਮਹਾਰਾਜ ਕਹਿਣ ਲੱਗੇ, ਫਿਰ ਕੀ ਕਰਨ ਆਏ ਹੋ? ਕਹਿੰਦਾ, ਸੱਚੇ ਪਾਤਸ਼ਾਹ ਇੱਕ ਆਗਿਆ ਲੈਣ ਵਾਸਤੇ ਆਇਆ। ਮਹਾਰਾਜ ਕਹਿੰਦੇ, ਕਿਹੜੀ ਆਗਿਆ? ਕਹਿੰਦਾ, ਮਹਾਰਾਜ ਮੈਂ ਇਹ ਪੁੱਛਣ ਵਾਸਤੇ ਆਇਆ ਵੀ ਸਾਡੇ ਕੋਲ ਕੋਈ ਤੋਪ ਨਹੀਂ, ਦੁਸ਼ਮਣ ਦੇ ਕੋਲ ਤੋਪਾਂ ਵੀ ਨੇ। ਮਹਾਰਾਜ ਸਾਡੇ ਕੋਲ ਤਾਂ ਨੇਜੇ, ਭਾਲੇ, ਕਿਰਪਾਨਾਂ, ਇਹ ਹਥਿਆਰ ਨੇ, ਤੇ ਦੁਸ਼ਮਣ ਬਰੂਦ ਕੱਢ ਰਿਹਾ, ਅੱਗ ਸੁੱਟ ਰਿਹਾ ਕਿਲੇ ਤੇ। ਮਹਾਰਾਜ ਜੇ ਤੁਸੀਂ ਆਗਿਆ ਦਿਓ ਤੇ ਆਪਾਂ ਤੋਪ ਨਾ ਬਣਾ ਲਈਏ। ਗੱਲ ਤੇ ਬੜੀ ਹੈਰਾਨੀ ਵਾਲੀ ਲੱਗੇਗੀ ਨਾ। ਇੱਕ ਪਾਸੇ ਤਾਂ ਜੰਗ ਹੋ ਰਿਹਾ ਹੈ ਤੇ ਦੂਜੇ ਪਾਸੇ ਬੰਦਾ ਆਖੇ ਵੀ ਹੁਣ ਅਸੀਂ ਔਜ਼ਾਰ ਬਣਾ ਲਈਏ, ਪਰ ਸਾਡਾ ਇਤਿਹਾਸ ਗਵਾਏ। ਮਹਾਰਾਜ ਜੇ ਹੁਕਮ ਹੋਵੇ ਇੱਕ ਤੋਪ ਨਾ ਬਣਾ ਲਈਏ। ਗੁਰੂ ਹਰਗੋਬਿੰਦ ਪਾਤਸ਼ਾਹ ਜਾਣੀ ਜਾਣ ਨੇ, ਕਰਨ ਕਰਾਉਣ ਵਾਲੇ ਆਪ ਨੇ, ਪਰ ਫਿਰ ਵੀ ਸਿੱਖ ਦਾ ਹਿਰਦਾ ਪਰਖਦੇ ਨੇ। ਕਹਿਣ ਲੱਗੇ, ਮੋਹਰੀ ਚੰਦ ਇੰਨੀ ਛੇਤੀ ਤੋਪ ਤਿਆਰ ਬਣ ਜਾਏ, ਹੋ ਜਾਏਗੀ? ਭਾਈ ਮੋਹਰੀ ਚੰਦ ਨੇ ਇੱਕ ਉੱਤਰ ਦਿੱਤਾ ਹੱਥ ਜੋੜ ਕੇ, ਕਹਿੰਦਾ, ਦਾਤਾ ਮੈਨੂੰ ਨਹੀਂ ਪਤਾ ਸੱਚ ਹੈ ਜਾਂ ਝੂਠ ਹੈ, ਪਰ ਮੈਂ ਸੁਣੀ ਸੁਣਾਈ ਗੱਲ ਕਰਦਾ। ਮਹਾਰਾਜ ਮੈਂ ਸੁਣਿਆ ਵੀ ਜਦੋਂ ਭਗਵਾਨ ਰਾਮਚੰਦਰ ਨੇ ਲੰਕਾ ਦੇ ਉੱਤੇ ਹਮਲਾ ਕੀਤਾ ਨਾ, ਲੰਕਾ ਤੇ ਰਾਵਣ ਤੇ ਚੜ੍ਹਾਈ ਕੀਤੀ, ਉਹਦੀ ਸੈਨਾ ਨੇ ਪੱਥਰਾਂ ਦਾ ਪੁਲ ਬਣਾ ਲਿਆ ਸੀ ਸਮੁੰਦਰ ਦੇ ਉੱਤੇ, ਪੱਥਰਾਂ ਦਾ ਪੁਲ। ਮਹਾਰਾਜ ਜੇ ਉਹਦੀ ਸੈਨਾ ਪੱਥਰਾਂ ਦਾ ਪੁਲ ਬਣਾ ਕੇ ਲੰਕਾ 'ਚ ਜਾ ਸਕਦੀ ਹੈ ਤੇ ਤੁਹਾਡਾ ਇੱਕ ਸਿੱਖ ਤੋਪ ਨਹੀਂ ਤਿਆਰ ਕਰ ਸਕਦਾ? 6ਵੇਂ ਪਾਤਸ਼ਾਹ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ, ਪਿਆਰ ਕੀਤਾ ਤੇ ਆਖਿਆ, ਸ਼ਾਬਾਸ਼, ਗੁਰੂ ਨਾਨਕ ਦੀ ਤੇਰੇ ਉੱਤੇ ਕਿਰਪਾ, ਜਾਓ ਤੋਪ ਤਿਆਰ ਕਰੋ ਤੇ ਦੁਸ਼ਮਣ ਦੇ ਪੂਰਾਂ ਦੇ ਪੂਰ ਖਪਾ ਦਿਓ। ਗੁਰਮੁਖੋ ਤੋਪ ਕਾਦੀ ਤਿਆਰ ਕਰਨੀ ਹੈ? ਉੱਥੇ ਕੋਈ ਲੋਹਾ ਲੰਗੜ ਥੋੜੀ, ਇਹਨਾਂ ਕੁਝ ਔਜ਼ਾਰ ਸਮਾਨ ਸੀ। ਕਾਦੀ ਤੋਪ ਤਿਆਰ ਕੀਤੀ ਗਈ? ਇੱਕ ਲੱਕੜ ਦਾ ਮੋਛਾ ਪਿਆ ਸੀ ਉਸ ਲੋਹਗੜ੍ਹ ਦੇ ਕਿਲੇ ਵਿੱਚ, ਲੱਕੜ ਦਾ ਮੋਛਾ ਬਹੁਤ ਵੱਡਾ। ਮੋਹਰੀ ਚੰਦ ਨੇ ਜਾ ਕੇ ਆਪਣੇ ਹੱਥ ਵਿੱਚ ਔਜ਼ਾਰ ਪਕੜੇ, ਉਸ ਲੱਕੜ ਦੇ ਮੋਛੇ ਨੂੰ ਘੜਿਆ, ਚੈਂਬਰ ਬਣਾ ਲਿਆ, ਉਹਦੇ ਵਿੱਚ ਬਰੂਦ ਦੀ ਥਾਂ ਤੇ ਪੱਥਰ ਭਰੇ। ਪਿਆਰੇ ਗੁਰਸਿੱਖੋ, ਪੱਥਰ ਭਰ ਕੇ ਉਹਨੂੰ ਪਲੀਤਾ ਲਾਇਆ। ਇਤਿਹਾਸ ਕਹਿੰਦਾ ਉਹ ਲੱਕੜ ਦੀ ਤੋਪ ਚੱਲੀ,
ਗੋਲੇ ਵਰਸੇ ਅੱਗ ਦੇ ਤੇ ਦੁਸ਼ਮਣ ਦੀ ਫੌਜ ਦੇ ਪੈਰ ਉਖੜ ਗਏ। ਆਹੂ ਲੈ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਨਹੀਂ ਮੰਨਣਾ ਉਹ ਤੇ ਨਾ ਮੰਨੂ ਵਾਲਾ ਕਦੇ ਮੰਨ ਹੀ ਨਹੀਂ ਸਕਦਾ। ਪਰ ਸਾਡਾ ਇਤਿਹਾਸ ਗਵਾਹ ਹੈ। ਅੱਜ ਵੀ ਅੰਮ੍ਰਿਤਸਰ ਸਾਹਿਬ ਜਾਂਦੇ ਹੋ, ਹਰਮੰਦਰ ਸਾਹਿਬ ਮੱਥਾ ਟੇਕਦੇ ਹੋ, ਗੁਰਦੁਆਰਾ ਲੋਹਗੜ੍ਹ ਸਾਹਿਬ ਜਾਇਓ, ਪ੍ਰਬੰਧਕਾਂ ਨੇ ਉਹ ਲੱਕੜ ਦੀ ਤੋਪ ਅਜੇ ਵੀ ਸੰਭਾਲ ਕੇ ਰੱਖੀ ਹੈ। ਜ਼ਰੂਰ ਦਰਸ਼ਨ ਕਰਿਓ ਜੇ, ਤਾਂ ਕਿ ਸਾਨੂੰ ਔਰ ਬੱਚਿਆਂ ਨੂੰ ਪਤਾ ਲੱਗ ਸਕੇ ਵੀ ਸਾਡਾ ਸਿੱਖ ਇਤਿਹਾਸ ਗੁਰੂ ਦਾ ਬਖਸ਼ਿਆ ਹੋਇਆ ਕਿੰਨਾ ਕੁ ਵੱਡਾ ਹੈ, ਕਿੰਨਾ ਕੁ ਮਾਣ ਮੱਤਾ ਇਤਿਹਾਸ ਹੈ। ਇਸ ਇਤਿਹਾਸ ਉੱਤੇ ਸਾਨੂੰ ਸਾਰਿਆਂ ਨੂੰ ਮਾਣ ਹੋਣਾ ਚਾਹੀਦਾ। ਲਓ ਜੀ, ਸਾਰਾ ਦਿਨ ਜੰਗ ਹੋਇਆ। ਜਿਹੜਾ ਮੁਖਲਸ ਖਾਂ ਆਇਆ ਸੀ ਨਾ ਵੀ ਮੈਂ ਤੇ ਗਿਆ ਤੇ ਆਇਆ, ਕਿੰਨਾ ਕੁ ਚਿਰ ਲੱਗਣਾ ਗੁਰੂ ਨੂੰ ਫੜ ਕੇ ਆਉਂਦਿਆਂ। ਗੁਰਸਿੱਖੋ, ਸਾਰਾ ਦਿਨ ਜੰਗ ਹੋਇਆ। ਇਹਨਾਂ ਦੇ ਰੰਗ ਪੀਲੇ ਪੈ ਗਏ, ਇਹਨਾਂ ਦੇ ਹੌਸਲੇ ਟੁੱਟ ਗਏ ਵੀ ਹੁਣ ਜਿੱਤਣਾ ਔਖਾ। ਸ਼ਾਮ ਪਈ, ਸੂਰਜ ਅਸਤ ਹੋਇਆ, ਜੰਗ ਬੰਦ ਹੋਇਆ। ਇਹਨਾਂ ਦੇ ਸਾਹ ਵਿੱਚ ਸਾਹ ਪਿਆ, ਕਿਉਂਕਿ ਉਦੋਂ ਦਾ ਇਹ ਸਿਧਾਂਤ ਸੀ ਰਾਤ ਦੇ ਸਮੇਂ ਸੂਰਜ ਛਿਪ ਗਿਆ ਤੇ ਸਾਰੇ ਮੈਦਾਨ ਛੱਡ ਕੇ ਆਪੋ ਆਪਣੇ ਟਿਕਾਣਿਆਂ ਤੇ ਚਲੇ ਜਾਂਦੇ ਸਨ। ਜੰਗ ਬੰਦ ਹੋ ਜਾਂਦਾ ਸੀ। ਸਵੇਰੇ ਸੂਰਜ ਨਿਕਲਣ ਦੇ ਨਾਲ ਫਿਰ ਜੰਗ ਸ਼ੁਰੂ ਹੁੰਦਾ ਸੀ। ਮੁਖਲਿਸ ਖਾਨ ਨੇ ਆਪਣੀ ਫੌਜ ਦੇ ਜਰਨੈਲਾਂ ਨੂੰ ਹੌਸਲਾ ਦਿੱਤਾ, ਕਹਿਣ ਲੱਗਾ ਘਬਰਾਓ ਨਾ। ਬਹੁਤ ਸਾਰੇ ਮਾਰੇ ਗਏ, ਸਿੱਖ ਵੀ ਸ਼ਹੀਦ ਹੋਏ। ਭਾਈ ਨਿਵਲੂ ਜੀ, ਨਿਹਾਲਾ ਜੀ, ਮੋਹਨ ਜੀ, ਗੋਪਾਲਾ ਜੀ, ਇਤਿਹਾਦਕ ਬੜੇ ਸਿੱਖ ਉੱਥੇ ਸ਼ਹੀਦ ਹੋਏ। ਸਭ ਤੋਂ ਪਹਿਲਾ ਸਿੱਖ ਜੰਗ ਵਿੱਚ ਸ਼ਹੀਦ ਹੋਣ ਵਾਲਾ ਇਲਾਹਾਬਾਦੀ ਭਾਈ ਭਾਨਾ ਜੀ ਹੈ। ਅੰਮ੍ਰਿਤਸਰ ਸਾਹਿਬ ਦੀ ਧਰਤੀ ਸ਼ਹੀਦ ਹੋਇਆ। ਮੁਖਲਿਸ ਖਾਨ ਨੇ ਆਖਿਆ ਕੋਈ ਗੱਲ ਨਹੀਂ, ਗੁਰੂ ਕਿੱਥੇ ਚਲਿਆ ਜਾਏਗਾ, ਕੱਲ ਨੂੰ ਆਪਾਂ ਅੰਮ੍ਰਿਤਸਰ ਦੇ ਅਗਲੇ ਪਾਸੋਂ ਘੇਰ ਕੇ ਗੁਰੂ ਨੂੰ ਆਪਾਂ ਉੱਥੇ ਉਹਦਾ ਖਾਤਮਾ ਕਰ ਦਿਆਂਗੇ, ਨਾ ਫੜਿਆ ਜਾਏਗਾ, ਮੁਕਾ ਦਿਆਂਗੇ। ਲਓ ਜੀ, ਅਗਲਾ ਦਿਨ ਸੀ 25 ਜੇਠ ਦਾ। ਛੋਟੀ ਜੀ ਬੇਨਤੀ ਕਰਾਂਗਾ, ਜਦੋਂ ਇਹ ਦੁਸ਼ਮਣ ਦੀ ਫੌਜ ਚੜ੍ਹ ਕੇ ਆਈ, ਗੁਰੂ ਹਰਗੋਬਿੰਦ ਸਾਹਿਬ ਉਸ ਵੇਲੇ ਜੰਗ ਦੀ ਤਿਆਰੀ ਨਹੀਂ ਸਨ ਕਰ ਰਹੇ। ਕਿਉਂ? ਕਿਉਂਕਿ ਉਹਨਾਂ ਦਿਨਾਂ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੇਟੀ ਬੀਬੀ ਵੀਰੋ ਦਾ ਵਿਆਹ ਸੀ। ਕਿਹੜਾ ਬਾਪ ਹੈ, ਇੱਕ ਪਾਸੇ ਬਰਾਤ ਆ ਰਹੀ ਹੋਵੇ, ਧੀ ਦਾ ਵਿਆਹ ਰੱਖਿਆ ਹੋਵੇ, ਤੇ ਦੂਜੇ ਪਾਸੇ ਫੌਜਾਂ ਦਾ ਮੁਕਾਬਲਾ ਕਰਨ ਵਾਸਤੇ ਆਖੇ ਵੀ ਤੁਸੀਂ ਤਿਆਰੀ ਕਰਕੇ ਆ ਜਾਓ? ਨਹੀਂ, ਇਹ ਦੁਸ਼ਮਣ ਨੇ ਅਚਨਚੇਤ ਹੱਲਾ ਬੋਲਿਆ। ਪਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ, ਇਹ ਗੁਰੂ ਨਾਨਕ ਦਾ ਘਰ ਹੈ, ਸ਼ੀਸ਼ੇ ਵਾਂਗ ਹੈ, ਇੱਥੇ ਜਿੱਦਾਂ ਦਾ ਕੋਈ ਚਿਹਰਾ ਲੈ ਕੇ ਆਏਗਾ ਨਾ ਉਦਾਂ ਦਾ ਹੀ ਉਹਨੂੰ ਦਿਸੇਗਾ। ਛੇਵੇਂ ਪਾਤਸ਼ਾਹ ਨੇ ਆਪਣੀ ਬੇਟੀ, ਆਪਣੇ ਸਾਰੇ ਪਰਿਵਾਰ ਨੂੰ ਅੰਮ੍ਰਿਤਸਰ ਸਾਹਿਬ ਤੋਂ ਰਾਤੋਂ ਰਾਤ ਝਬਾਲ ਭੇਜ ਦਿੱਤਾ ਚੌਧਰੀ ਲੰਗਾਹਾ ਦੇ ਘਰ। ਜਿਹੜਾ ਚੌਧਰੀ ਲੰਗਾਹਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਜੰਗ ਕਰ ਰਿਹਾ ਸੀ, ਦੁਸ਼ਮਣ ਦਾ ਟਾਕਰਾ ਕਰ ਰਿਹਾ ਸੀ। ਬਾਬਕ ਰਬਾਬੀ ਉੱਥੇ ਹੈ। ਗੁਰਮੁਖੋ ਦਿਨੇ ਕੀਰਤਨ ਕਰ, ਅੰਮ੍ਰਿਤ ਵੇਲੇ ਸਵੇਰੇ ਸ਼ਾਮ ਕੀਰਤਨ ਵੀ ਕਰਦੇ ਨੇ ਤੇ ਦੁਸ਼ਮਣ ਦੇ ਨਾਲ ਲੋਹਾ ਵੀ ਲੈਂਦੇ ਨੇ। ਇਹੋ ਜਿਹੇ ਗੁਰੂ ਕਰਦੇ ਕੀਰਤਨ। ਸਤਿਗੁਰਾਂ ਨੇ ਪਰਿਵਾਰ ਝਬਾਲ ਭੇਜ ਦਿੱਤਾ। ਮਹਾਰਾਜ ਕਹਿਣ ਲੱਗੇ ਗੁਰਸਿੱਖੋ, ਸਵੇਰ ਦਾ ਜੰਗ ਹੋਏਗਾ, ਉਹਦੇ ਵਿੱਚ ਆਪਾਂ ਨਬੇੜਾ ਕਰ ਦੇਣਾ, ਕਿਉਂਕਿ ਕੱਲ ਨੂੰ ਜਾ ਕੇ ਬੇਟੀ ਦਾ ਆਨੰਦ ਕਾਰਜ ਝਬਾਲ ਵਿੱਚ ਆਪਾਂ ਕਰਨਾ, ਪਰ ਜੰਗ ਦਾ ਫੈਸਲਾ ਅੱਜ ਕਰ ਦੇਣਾ। ਇਹ 25 ਜੇਠ ਦਾ ਸੂਰਜ ਚੜ੍ਹਿਆ। ਮੁਖਲਿਸ ਖਾਂ ਆਪਣੀ ਸੈਨਾ ਲੈ ਕੇ ਸੰਗਰਾਣਾ ਸਾਹਿਬ ਵਾਲੇ ਪਾਸਿਓਂ ਗੁਰੂ ਹਰਗੋਬਿੰਦ ਪਾਤਸ਼ਾਹ ਵੱਲੇ ਵਧਿਆ। ਮਹਾਰਾਜ ਆਪਣੇ ਸਿੱਖਾਂ ਨੂੰ ਨਾਲ ਲੈ ਕੇ ਬਾਹਰ-ਬਾਹਰ ਮੁਖਲਿਸ ਖਾਂ ਦੇ ਸਾਹਮਣੇ ਜਾ ਖਲੋਤੇ। ਮੁਖਲਿਸ ਖਾਂ ਨੇ ਆਵਾਜ਼ ਦੇ ਕੇ ਆਖਿਆ, ਆਪਣਾ ਐਲਚੀ ਭੇਜਿਆ, ਮੈਂ ਗੱਲ ਨੇੜੇ ਕਰਨੀ ਚਾਹੁੰਦਾ ਹਾਂ। ਉਹਨੇ ਆਖਿਆ ਮਹਾਰਾਜ ਛੱਡੋ, ਸੁੱਟ ਦਿਓ ਹਥਿਆਰ, ਤੁਸਾਂ ਕਿਹੜੀਆਂ ਮੱਲਾਂ ਮਾਰਨੀਆਂ ਨੇ, ਤੁਸਾਂ ਕਿਹੜੇ ਇਲਾਕਿਆਂ ਤੇ ਕਬਜ਼ੇ ਕਰਨੇ ਨੇ, ਇਹ ਤੁਹਾਡੀ ਸਰਕਾਰ ਦੇ ਨਾਲ ਟੱਕਰ ਹੈ, ਕਿਹਦੇ ਨਾਲ ਜਿੱਤ ਸਕੋਗੇ? ਅਜੇ ਵੀ ਮੁਆਫੀ ਮੰਗ ਲਓ, ਮੁਆਫੀ ਦਵਾ ਦਿਆਂਗਾ। ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਨੇ ਜਵਾਬ ਦੇ ਕੇ ਆਖਿਆ, ਮੁਖਲਿਸ ਖਾਂ, ਅਸੀਂ ਮੱਲਾਂ ਨਹੀਂ ਮਾਰਨੀਆਂ, ਅਸੀਂ ਕਿਸੇ ਇਲਾਕੇ ਦੇ ਉੱਤੇ ਕਬਜ਼ਾ ਨਹੀਂ ਕਰਨਾ, ਪਰ ਯਾਦ ਰੱਖ ਅਸੀਂ ਗਰੀਬਾਂ ਦੀਆਂ ਇੱਜ਼ਤਾਂ ਨਹੀਂ ਰੁਲਣ ਦੇਣੀਆਂ। ਜੇ ਹੁਣ ਲੜਨ ਵਾਸਤੇ ਆ ਗਿਆ ਤੇ ਹੁਣ ਇਹੋ ਜੀਆਂ ਗੱਲਾਂ ਨਾ ਬਣਾ, ਹੁਣ ਹਥਿਆਰ ਪਕੜ ਤੇ ਸਾਡੇ ਸਾਹਮਣੇ ਆ। ਛੇਵੇਂ ਪਾਤਸ਼ਾਹ ਮਹਾਰਾਜ ਔਰ ਮੁਖਲਿਸ ਖਾਂ ਆਮੋ ਸਾਹਮਣੇ ਨੇੜੇ ਹੋ ਗਏ। ਮਹਾਰਾਜ ਕਹਿੰਦੇ ਮੁਖਲਿਸ ਖਾਂ ਵਾਰ ਕਰ। ਕਹਿੰਦਾ ਜੀ ਮੈਂ ਵਾਰ ਕਰਾਂ? ਆਖਰੀ ਰਚਨਾ ਮੈਂ ਕਹਿਣ ਲੱਗਾ, ਸਰਵਣ ਕਰਿਓ। ਛੇਵੇਂ ਪਾਤਸ਼ਾਹ ਕਹਿਣ ਲੱਗੇ, ਹਾਂ ਮੁਖਲਿਸ ਖਾਂ, ਗੁਰੂ ਨਾਨਕ ਦੇ ਘਰ ਦੇ ਵਿੱਚੋਂ ਹਮੇਸ਼ਾ ਸਿੱਖਾਂ ਨੂੰ ਕੁਝ ਸਿੱਖਿਆ ਮਿਲਦੀ ਹੈ, ਸਿਖਲਾਈ ਦਿੱਤੀ ਜਾਂਦੀ ਹੈ। ਇਸ ਕਰਕੇ ਅਸੀਂ ਪਹਿਲਾ ਜੰਗ ਹੈ, ਆਪਣੇ ਸਿੱਖਾਂ ਨੂੰ ਜੰਗ ਵਿੱਚ ਲੜਨ ਦੀ ਵੀ ਸਿਖਲਾਈ ਦੇਣੀ ਹੈ, ਆਪਣੇ ਸਿੱਖਾਂ ਨੂੰ ਬਹੁਤ ਕੁਝ ਸਮਝਾਉਣਾ ਹੈ, ਜੰਗ ਦੇ ਸਿਧਾਂਤ ਦੱਸਣੇ ਨੇ। ਵੇਖੋ ਗੁਰੂ ਜੰਗ ਕਰ ਰਿਹਾ ਤੇ ਆਪਣੇ ਸਿੱਖਾਂ ਨੂੰ ਸਿਧਾਂਤ ਦੱਸ ਰਿਹਾ। ਮਹਾਰਾਜ ਕਹਿੰਦੇ ਪਹਿਲਾ ਸਿਧਾਂਤ ਹੀ ਇਹ ਹੈ, ਚੜ ਕੇ ਨਹੀਂ ਜਾਣਾ, ਤੇ ਜੇ ਦੁਸ਼ਮਣ ਚੜ ਕੇ ਆ ਵੀ ਜਾਏ ਤੇ ਆਏ ਤੇ ਪਹਿਲਾਂ ਵਾਰ ਵੀ ਨਹੀਂ ਕਰਨਾ, ਪਹਿਲਾਂ ਵਾਰ ਵੀ ਉਹਨੂੰ ਆਖਣਾ ਤੂੰ ਕਰ ਲੈ। ਸਤਿਗੁਰੂ ਕਹਿਣ ਲੱਗੇ ਤੂੰ ਵਾਰ ਕਰ। ਕਹਿੰਦਾ ਮੁਖਲਿਸ ਖਾਂ ਕਹਿਣ ਲੱਗਾ ਮਹਾਰਾਜ ਮੇਰਾ ਵਾਰ ਰੋਕਿਆ ਨਹੀਂ ਜਾਣਾ। ਸਤਿਗੁਰੂ ਕਹਿਣ ਲੱਗੇ ਫਿਰ ਕੀ ਹੋਇਆ, ਜਿੱਤ ਤੇਰੀ ਹੋ ਜਾਏਗੀ। ਮਹਾਰਾਜ ਵੇਖ ਲਿਓ, ਪੱਕੇ ਰਹੋਗੇ, ਪਾਬੰਦ ਰਹੋਗੇ। ਮਹਾਰਾਜ ਕਹਿਣ ਲੱਗੇ ਮੁਖਲਿਸ ਖਾਨਾ ਇੱਕ ਵਾਰ ਨਹੀਂ ਤੂੰ 2 ਵਾਰ ਕਰ। ਕਹਿੰਦਾ ਮਹਾਰਾਜ ਮੈਂ 2 ਵਾਰ ਕਰਾਂ? ਸਤਿਗੁਰੂ ਕਹਿਣ ਲੱਗੇ ਉਹ 2 ਨਹੀਂ
ਜਾ ਤੈਨੂੰ 3 ਵਾਰ ਕਰਨ ਦੀ ਛੋਟ ਦਿੰਨੇ ਆ, 3 ਵਾਰ ਕਰ ਲੈ। ਕਹਿੰਦਾ ਮਹਾਰਾਜ ਅਜੇ ਵੀ ਸੋਚ ਲਓ। ਸਤਿਗੁਰੂ ਕਹਿਣ ਲੱਗੇ ਮੁਖਲਸ ਖਾਂ ਤੈਨੂੰ 3 ਵਾਰ ਕਰਨ ਵਾਸਤੇ ਕਿਹਾ ਨਾ, ਯਾਦ ਰੱਖ ਵਾਰ ਚੱਲ ਗਿਆ ਤੇ ਠੀਕ ਹੈ, ਉਹ 3 ਵਾਰਾਂ ਦੇ ਵਿੱਚੋਂ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਤੱਕ ਜੇ ਕਿਤੇ ਤੇਰਾ ਵਾਰ ਸਾਡੇ ਸਰੀਰ ਨੂੰ ਛੋਹ ਵੀ ਜਾਏ ਨਾ ਤਾਂ ਵੀ ਜਿੱਤ ਦਾ ਹਾਰ ਤੇਰੇ ਗਲੇ 'ਚ ਪਾ ਦਿਆਂਗਾ ਤੇ ਅੰਮ੍ਰਿਤਸਰ ਛੱਡ ਕੇ ਚਲਾ ਜਾਵਾਂਗਾ। ਮੁਖਲਸ ਖਾਂ ਬੜਾ ਹੈਰਾਨ ਹੋਇਆ, ਕਹਿਣ ਲੱਗਾ ਖੁਦਾ ਮਿਹਰਬਾਨ ਹੈ ਜਾਪਦਾ, ਕਿੱਡਾ ਭੋਲਾ ਸਿੱਖਾਂ ਦਾ ਗੁਰੂ, ਇਹਨੂੰ ਲੜਨ ਦਾ ਹੀ ਨਹੀਂ ਪਤਾ, ਮੈਨੂੰ ਵਾਰ ਦੇ ਰਿਹਾ ਤੇ ਇਹ ਵੀ ਕਹਿ ਰਿਹਾ ਵੀ ਜੇ ਵਾਰ ਟੱਚ ਹੋ ਜੇ ਤੇ ਤਾਂ ਵੀ ਜਿੱਤ ਤੇਰੀ। ਕਹਿੰਦਾ ਮਹਾਰਾਜ ਵੇਖਿਓ ਭੱਜ ਤਾਂ ਨਾ ਜਾਓਗੇ। सतगुरु रो विच आ गए, कहने लगे आ मुखलिस खान तुझे बुज़दिल ही मिले हैं, आज तक आया बहादुर कोई नजर ही नहीं, कम सिन है कम दिल है, इन बातों का जिक्र ही नहीं, घर सामने से भाग जाए तू या मैं पिता का पिसर नहीं। सतगुरु कहने लगे जेड़ा भज जाए प्यो दा पुत नहीं। गुरु हरगोबिंद पातशाह महाराज ने आख्या वार कर। लो जी मुखलिस खां ने 6वें पातशाह महाराज उत्ते कीते वार। सोहणे ते सुल्तान शहनशाह ते शहनशाह गुरु हरगोबिंद पातशाह महाराज ने रोके वार। मीरी पीरी दे मालक सतगुरां ने एदे वार रोक के एदे उत्ते किवें कीता, उस सारे नक्शे नूं ढाडी जथा गा के हे
ਗੁਰ ਸ਼ੁਕਰ ਮਨਾਇਆ, ਗੁਰ ਸ਼ੁਕਰ ਮਨਾਇਆ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਖਿਆ, ਮੁਖਲਿਸ ਖਾਂ ਤੂੰ 3 ਵਾਰ ਕੀਤੇ ਨੇ, ਤਿੰਨਾਂ ਦੇ ਵਿੱਚੋਂ ਤੇਰਾ ਇੱਕ ਵੀ ਵਾਰ ਸਾਡੇ ਸਰੀਰ ਨੂੰ ਛੋਹ ਤੱਕ ਨਹੀਂ ਸਕਿਆ। ਐਡਾ ਅਣਜਾਣ, ਐਡਾ ਕੱਚਾ ਖਿਡਾਰੀ ਸਾਨੂੰ ਪ੍ਰਤੀਤ ਹੁੰਦਾ ਹੈ ਤੇਰੇ ਉੱਤੇ ਬੜਾ ਮਾਣ ਕਰਕੇ ਤੇਰੇ ਆਕਾ ਤੇਰੇ ਬਾਦਸ਼ਾਹ ਨੇ ਭੇਜਿਆ ਹੋਵੇਗਾ, ਪਰ ਤੂੰ ਤਾਂ ਕੁਝ ਵੀ ਨਹੀਂ ਨਿਕਲੇ, ਤੇਰੀ ਸਿਖਲਾਈ ਨਹੀਂ, ਤੇਰਾ ਉਸਤਾਦ ਵੀ ਇਹੋ ਜਿਹਾ ਹੋਏਗਾ। ਛੇਵੇਂ ਪਾਤਸ਼ਾਹ ਕਹਿਣ ਲੱਗੇ, ਮੁਖਲਿਸ ਖਾਂ ਹੁਣ ਭੱਜਣ ਦੀ ਕੋਸ਼ਿਸ਼ ਨਾ ਕਰ, ਆ ਤੈਨੂੰ ਦਸੀਏ ਵਾਰ ਕਿਵੇਂ ਕਰੀਦਾ। ਗੁਰਮੁਖੋ, ਸੁਖ ਦੇ ਸਮੇਂ, ਸ਼ਾਂਤਮਈ ਦੇ ਸਮੇਂ ਹਰ ਬੰਦਾ ਗਿਆਨ ਦਿੰਦਾ, ਪਰ ਸਮਰੱਥ ਗੁਰੂ ਹੀ ਇੱਕ ਇਦਾਂ ਦਾ ਜਿਹੜਾ ਮੈਦਾਨੇ ਜੰਗ ਵਿੱਚ ਵੀ ਗਿਆਨ ਦਿੰਦਾ ਹੈ। ਛੇਵੇਂ ਪਾਤਸ਼ਾਹ ਕਹਿਣ ਲੱਗੇ, ਆ ਤੈਨੂੰ ਦਸੀਏ ਵਾਰ ਕਿੱਦਾਂ ਕਰੀਦਾ। ਇੱਕ ਗੱਲ ਹੋਰ, ਅਸੀਂ ਆਪਣੇ ਸਿੱਖਾਂ ਨੂੰ ਸਿਧਾਂਤ ਦਿੱਤਾ ਹੈ, ਆਏ ਦੁਸ਼ਮਣ ਤੇ ਵੀ ਪਹਿਲਾਂ ਵਾਰ ਨਹੀਂ ਕਰਨਾ, ਉਹ ਤੂੰ ਕਰ ਲੈ ਨੇ। ਇੱਕ ਸਿਧਾਂਤ ਹੋਰ, ਤੂੰ 3 ਵਾਰ ਕੀਤੇ ਨੇ, ਅਸੀਂ 1 ਵਾਰ ਕਰਾਂਗੇ, ਇਹ ਵੀ ਚੇਤੇ ਰੱਖੀ। ਜੇ 1 ਵਾਰ ਸਹੀ ਟਿਕਾਣੇ ਨਾ ਲੱਗਾ, ਖਾਲੀ ਚਲਾ ਗਿਆ, ਤੇ ਮੁਖਲਿਸ ਖਾਨਾ ਤਾਂ ਵੀ ਜਿੱਤ ਤੇਰੀ ਐਲਾਨ ਕਰ ਦਿਆਂਗਾ ਤੇ ਅੰਮ੍ਰਿਤਸਰ ਛੱਡ ਕੇ ਚਲਾ ਜਾਵਾਂਗਾ। ਗੁਰਮੁਖੋ, ਇਹ ਪਹਿਲਾ ਜੰਗ ਹੈ ਸਿੱਖੀ ਦਾ ਵਕਤ ਦੇ ਬਾਦਸ਼ਾਹਾਂ ਦੇ ਨਾਲ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ 1 ਵਾਰ ਕੀਤਾ, 2 ਧਾਰੇ ਖੰਡੇ ਦਾ ਇਤਿਹਾਸ ਕਹਿੰਦਾ ਹੈ। ਬੜਾ ਮਾਣ ਸੀ ਮੁਖਲਿਸ ਖਾਂ ਨੂੰ, ਲੋਹੇ ਦਾ ਪਹਿਨਿਆ ਹੋਇਆ ਬਖਤਰ ਕੀ ਵਿਗਾੜੇਗੀ ਗੁਰੂ ਦੀ ਕਿਰਪਾਨ। ਇਹ ਨਹੀਂ ਸੀ ਜਾਣਦਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਜੈਸਾ ਯੋਧਾ, ਵੱਡ ਯੋਧਾ, ਬਹੁ ਪਰਉਪਕਾਰੀ, ਉਹਦੇ ਹੱਥਾਂ ਤੋਂ ਚੱਲਿਆ ਹੋਇਆ ਸ਼ਸਤਰ, ਚੱਲਿਆ ਹੋਇਆ ਖੰਡਾ, ਉਸ ਨੂੰ ਕੌਣ ਰੋਕ ਸਕੇਗਾ। 2 ਟੋਟੇ ਕਰਕੇ ਮੇਰੇ ਸਤਿਗੁਰਾਂ ਨੇ ਮੁਖਲਿਸ ਖਾਂ ਨੂੰ ਧਰਤੀ ਤੇ ਸੁੱਟ ਦਿੱਤਾ। ਜਿੰਨੀ ਫੌਜ ਆਈ ਸੀ, ਕੁਝ ਸੈਂਕੜਿਆਂ ਦੀ ਗਿਣਤੀ ਵਿੱਚ ਬਚੀ, ਜਿਨ੍ਹਾਂ ਨੇ ਆਪਣੇ ਪੈਰ ਸਿਰ ਤੇ ਰੱਖੇ ਤੇ ਆਪਣੀ ਜਾਨ ਬਚਾ ਕੇ ਲਾਹੌਰ ਦੀਆਂ ਕੰਧਾਂ ਨਾਲ ਜਾ ਕੇ ਵੱਜੇ, ਬਾਕੀ ਸਾਰੇ ਮਾਰੇ ਗਏ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਆਪਣੇ ਗੁਰਸਿੱਖ ਜਿੰਨੇ ਸ਼ਹੀਦ ਹੋਏ ਸਨ, ਗੁਰਮੁਖੋ, ਉਹਨਾਂ ਸਾਰਿਆਂ ਨੂੰ ਇੱਕ ਥਾਂ ਤੇ ਇਕੱਤਰ ਕਰਕੇ ਉਹਨਾਂ ਦੇ ਸਰੀਰਾਂ ਦੀ ਸੰਭਾਲ ਕਰਦੇ ਨੇ। ਗੁਰੂ ਦੀਆਂ ਨਜ਼ਰਾਂ ਵਿੱਚ ਕੋਈ ਦੂਜਾ ਨਹੀਂ, ਕੋਈ ਗੈਰ ਨਹੀਂ, ਕੋਈ ਬਗਾਨਾ ਨਹੀਂ। ਗੁਰਮੁਖੋ, ਆਪਣਿਆਂ ਦੀ ਸੰਭਾਲ ਤਾਂ ਹਰ ਕੋਈ ਕਰਦਾ, ਪਰ ਸਮਰੱਥ ਗੁਰੂ ਹੈ ਜਿਹੜੇ ਦੁਸ਼ਮਣ ਦਲ ਦੇ ਧਰਤੀ ਦੇ ਉੱਤੇ ਡਿੱਗੇ ਪਏ ਸਨ, ਮਾਰੇ ਗਏ, ਉਹਨਾਂ ਦੇ ਸਰੀਰਾਂ ਦੀ ਵੀ ਸੰਭਾਲ ਸਤਿਗੁਰਾਂ ਨੇ ਕੀਤੀ, ਹਰ ਮੈਦਾਨੇ ਜੰਗ ਵਿੱਚ, ਹਰ ਜੰਗ ਵਿੱਚ ਕੀਤੀ ਹੈ। ਛੇਵੇਂ ਪਾਤਸ਼ਾਹ ਇਹ ਰਹਿਮਤਾਂ ਭਰੀ ਇਸ ਅਸਥਾਨ ਤੇ ਇੱਕ ਅਨੋਖੀ ਜੰਗ ਕਰਕੇ, ਜਿੱਤ ਪ੍ਰਾਪਤ ਕਰਕੇ ਆਪ ਛੇਵੇਂ ਪਾਤਸ਼ਾਹ ਝਬਾਲ ਦੀ ਧਰਤੀ ਤੇ ਗਏ। ਅਗਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਆਪਣੀ ਬੇਟੀ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਕੀਤਾ। ਇਹ ਹੈ ਪਹਿਲਾ ਜੰਗ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਤੁਹਾਡੇ ਪਰਿਵਾਰ ਵਿੱਚ ਬੱਚੇ ਤੁਹਾਡੇ ਤੋਂ ਸਵਾਲ ਕਰਦੇ ਨੇ, ਪਿਤਾ ਜੀ ਸਾਡੇ ਕੋਲ ਕਿਲੇ ਬੜੇ ਨੇ, ਪਹਿਲਾ ਕਿਲਾ ਕਿੱਥੇ ਹੈ? ਤੁਸੀਂ ਫਖਰ ਤੇ ਮਾਣ ਨਾਲ ਕਹਿ ਸਕਦੇ ਹੋ, ਪਹਿਲਾ ਕਿਲਾ ਗੁਰੂ ਹਰਗੋਬਿੰਦ ਸਾਹਿਬ ਨੇ ਬਣਵਾਇਆ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਪਹਿਲਾ ਜੰਗ ਕਿੱਥੇ ਹੋਇਆ? ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਇਹ ਜੰਗ ਕੀਤਾ। ਮੈਦਾਨੇ ਜੰਗ ਵਿੱਚ ਸ਼ਹੀਦ ਹੋਣ ਵਾਲਾ ਪਹਿਲਾ ਸਿੱਖ ਕਿਹੜਾ ਹੈ? ਤੁਸੀਂ ਫਖਰ ਨਾਲ ਕਹਿ ਸਕਦੇ ਹੋ, ਭਾਈ ਭਾਨਾ ਜੀ ਇਲਾਹਾਬਾਦੀ ਗੁਰੂ ਦੇ ਚਰਨਾਂ ਵਿੱਚ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹਿਲੇ ਜੰਗ ਵਿੱਚ ਸਭ ਤੋਂ ਪਹਿਲਾ ਸ਼ਹੀਦ ਹੋਇਆ। ਗੁਰਮੁਖੋ, ਅੱਜ ਉਸ ਵੱਡ ਯੋਧੇ ਬਹੁ ਪਰਉਪਕਾਰੀ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਪਾਵਨ ਪਵਿੱਤਰ ਪ੍ਰਕਾਸ਼ ਅਵਤਾਰ ਦਿਹਾੜਾ ਹੈ, ਗੁਰਪੁਰਬ ਹੈ। ਮੈਂ ਆਪ ਸੰਗਤ ਨੂੰ ਵਧਾਈ ਦਿੰਦਾ ਹਾਂ। ਐਸੇ ਗੁਰੂ ਦੇ ਲੜ ਲੱਗੀਏ, ਸੱਚੇ ਸਮਰੱਥ ਗੁਰੂ ਦੇ ਚਰਨ ਫੜ ਲਵਾਂਗੇ, ਸਾਡਾ ਜੀਵਨ ਸੌਰ ਜਾਏਗਾ। ਮਹਾਂਪੁਰਖਾਂ ਦੇ ਤਪ ਸਥਾਨ ਨੈਕੀ ਕੁਟੀਆ ਬਗੌਰਾ ਵਿਖੇ ਹਾਜ਼ਰੀ ਭਰ ਰਹੇ ਹਾਂ। ਤਪ ਸਥਾਨ ਸੰਤ ਬਾਬਾ ਮਹਿੰਦਰ ਸਿੰਘ ਸਾਹਿਬ ਜੀ, ਜਿੱਥੇ ਹਰ ਵਕਤ ਗੁਰੂ ਕੀ ਪਵਿੱਤਰ ਬਾਣੀ ਦੇ ਜਾਪ, ਮਹਾਂਪੁਰਖਾਂ ਦੇ ਉਦਮ ਉਪਰਾਲੇ ਦਾ ਸਦਕਾ ਸੰਤਾਂ ਮਹਾਂਪੁਰਖਾਂ ਵਿਦਵਾਨਾਂ ਨੂੰ ਬੁਲਾ ਕੇ ਸੰਗਤ ਦੇ ਰੂਬਰੂ ਕੀਤਾ ਜਾਂਦਾ ਹੈ, ਤਾਂ ਕਿ ਕੋਈ ਕਿਣਕਾ ਏਕ ਜਿਸ ਜੀ ਬਸਾਵੇ, ਤਾਂ ਕਿ ਮਹਿਮਾ ਗਨੀ ਨਾ ਆਵੇ। ਕਿਤੇ ਇੱਕ ਕਿਣਕਾ ਸਾਡੇ ਹਿਰਦੇ ਵਿੱਚ ਵਸ ਜਾਏ, ਮਨੁੱਖ ਦੇ ਜੀਵਨ ਦਾ ਭਲਾ ਹੋ ਜਾਏ। ਇਹ ਮਹਾਂਪੁਰਖਾਂ ਦੇ ਪਰਉਪਕਾਰ ਨੇ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਹੋਈਆਂ ਭੁੱਲਾਂ ਸਾਡੀਆਂ ਜਾਣ ਕੇ ਖਿਮਾ ਕਰ ਦੇਣਾ। ਵਡਿਆਈ ਗੁਰੂ ਦੀ ਆਪਣੇ ਹਿਰਦੇ ਵਿੱਚ ਵਸਾ ਕੇ ਗੁਰੂ ਚਰਨਾਂ ਨਾਲ ਜੁੜ ਜਾਣਾ। ਆਪ ਗੁਰੂ ਵਾਲੇ ਬਣੋ, ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰੋ, ਗੁਰੂ ਕੀ ਪਵਿੱਤਰ ਬਾਣੀ ਪੜੋ, ਆਪਣੇ ਬੱਚਿਆਂ ਨੂੰ ਜੋੜੋ। ਇਹ ਵੱਡੀ ਦਾਤ ਗੁਰੂ ਦੇ ਘਰ ਦੇ ਵਿੱਚੋਂ ਆਪਾਂ ਮੰਗ ਕੇ ਜਾਈਏ, ਨਿਤਨੇਮੀ ਹੋਈਏ। ਮੈਂ ਜਿੱਥੇ ਤੁਹਾਡਾ ਸਤਿਕਾਰ ਹਮੇਸ਼ਾ ਕਰਦਾ ਰਹਾਂਗਾ, ਝੁਕਾਂਗਾ ਔਰ ਝੁਕਿਆ ਰਹਾਂ, ਇਹ ਅਰਦਾਸ ਕਰਿਓ। ਉਹਦੇ ਨਾਲ ਸਾਡੇ ਜਥੇ ਵੱਲੋਂ ਇੱਕ ਮੰਗ ਵੀ ਹੈ। ਉਹ ਮੰਗ ਇਹੀ ਹੈ, ਅਰਦਾਸ ਕਰਿਓ, ਜੇ ਤੁਹਾਡੀ ਕੀਤੀ ਅਰਦਾਸ ਸਾਡਾ ਸਰਮਾਇਆ ਹੋਵੇਗੀ, ਅਸੀਂ ਜੋ ਸਟੇਜ ਤੋਂ ਕਹੀਏ ਉਹਦੇ ਆਪ ਵੀ ਧਾਰਨੀ ਰਹੀਏ। ਤੁਹਾਡੀ ਕੀਤੀ ਅਰਦਾਸ ਸਾਡਾ ਸਰਮਾਇਆ ਹੋਵੇਗੀ।
ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਨ ਕੋਟ ਸ਼ੁਕਰ ਹੈ ਜੀ। ਸਮੂਹ ਸੰਗਤ ਵੱਲੋਂ ਬਹੁਤ ਸਾਰਾ ਮਾਣ ਸਨਮਾਨ ਮਾਇਆ ਨਾਲ ਕੀਤਾ ਗਿਆ। ਭਾਈ ਸਾਹਿਬ ਜੀ ਮਾਣ ਕਰਕੇ ਗਏ ਨੇ, ਭਾਈ ਮਨਜਿੰਦਰ ਸਿੰਘ ਜੀ, ਭਾਈ ਸਾਹਿਬ ਭਾਈ ਲਖਵੀਰ ਸਿੰਘ ਜੀ ਗੁਰੂ ਕੇ ਹਜ਼ੂਰੀ ਕੀਰਤਨੀਏ, ਸਨਮਾਨਯੋਗ ਸੰਤ ਬਾਬਾ ਸੁਰਜੀਤ ਸਿੰਘ ਜੀ, ਸੰਤ ਬਾਬਾ ਸਤਵਿੰਦਰ ਸਿੰਘ ਜੀ, ਸਾਰਿਆਂ ਦਾ ਬਹੁਤ ਧੰਨਵਾਦ। ਗੁਰ ਟੀਵੀ YouTube ਤੇ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਵੀਰ ਗੁਰਵਿੰਦਰ ਸਿੰਘ ਜੀ ਹੋਣਾ ਵੱਲੋਂ ਸਾਰੀ ਦੇਸ਼ ਵਿਦੇਸ਼ ਵਿੱਚ ਵਸਦੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ। ਗੁਰੂ ਕਿਰਪਾ ਕਰੇ ਜੀ। ਅਗਲਾ ਪ੍ਰੋਗਰਾਮ ਭਾਈ ਲਖਵੀਰ ਸਿੰਘ ਜੀ ਹੋਣਾ ਤੋਂ ਸਰਵਣ ਕਰੋ। ਸੇਵਾ ਨਿਭਾ ਰਿਹਾ ਤੁਹਾਡਾ ਆਪਣਾ ਢਾਡੀ ਜਥਾ, ਸਾਰੰਗੀ ਵਾਦਕ ਭਾਈ ਰਣਜੀਤ ਸਿੰਘ ਜੀ ਰੁੜਕਾ ਕਲਾਂ, ਜਗਦੀਪ ਸਿੰਘ ਜੀ ਢਾਡੀ ਰੁੜਕਾ ਕਲਾਂ, ਰਮਨਦੀਪ ਸਿੰਘ ਦੀ ਪਿੰਡ ਪੰਦੀ ਜਗੀਰ, ਸੁਖਵਿੰਦਰ ਸਿੰਘ ਅਨਮੋਲ ਪਿੰਡ ਬੀਸਲਾ ਨਜ਼ਦੀਕ ਬੰਗਾ। ਵਾਹਿਗੁਰੂ ਕਿਰਪਾ ਕਰੇ ਆਉਣ ਵਾਲੇ ਸਮੇਂ ਵਿੱਚ ਫਿਰ ਕੁਝ ਸਮੇਂ ਤੋਂ ਬਾਅਦ ਆਪ ਜੀ ਦੇ ਦਰਸ਼ਨਾਂ ਦੀ ਆਸ ਲੈ ਕੇ ਤੁਹਾਡੇ ਕੋਲੋਂ ਆਗਿਆ ਲੈਂਦੇ ਆ। ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।